वाहिगुरु जी का खालसा वाहिगुरु जी की फतेह। गुरु प्यारी गुरु सवारी साध संगत, आप जी सवेर दी इस ऑनलाइन गुरमत क्लास विच जुड़ चुके हो, जिस विच आपां लड़ीवार साडा जो इतिहास है उन्होंने वाच रहे हैं। सिख राज किवें बनिया वो सारी डिटेल आप जी सरवण कर रहे हो। 17वीं सदी दियां वो घटनावां जिन्हां घटनावां सदका साडियां पुरखां ने महान कुर्बानियां दे के ते एक सुतंत्र सिख राज की स्थापना की है। वो समुचा इतिहास आप सर्वा संगत पिछले दिनों तो सरवण कर रहे हो। जगरिया खान का समा चल रहा है, जिहदे विच कई तरह दियां सिख बगावतां कर रहे ने। जिहड़ा भी सिख हत्थ आउंदा है जगरिया खान कतल कर रहा है। उत्तों एक ताना एक मेहना मार के गया है नादर शाह। नादर शाह गल कह के गया है, कहंदा कि जिहड़े लोग घोड़ियां दीयां काठियां ते सौंदे आ, जिन्हां दे जीवन दे विच कोई आलस नहीं ते जिन्हां दा इतिहास इन्ना महान ते इन्ना वड्डा है, जिन्हां दा गुरु अपने पुत्र कतल करवा सकदा है ते ओह इस राज दे काबिल क्यों नहीं बन सकदे। एक मेहना मार के गया कि जकरिया खां अपना बचाव कर ला, आउण वाले समय दे विच सिखां दा राज होवेगा। जदों नादर शाह चला गया, नादर शाह दी गल जकरिया खान दे मन च बैठ गई। इन्हें फिर इश्तिहार देने आरंभ कीते आ। चौधरियां पिंडां दियां नूं कहा है कि कोई भी सिख नहीं रहना चाहिए। सिख बीकानेर दे जंगलां नूं चले गए। फिर आप जी ने सरवण कीता सी कि किवें सुखा सिंह महताब सिंह दो गुरु के प्यारे लाल जिन्हां ने हरमंदर साहिब की बेअदबी कर रहा मस्सा रंगड़, जो इत्थे आण के हुक्का शराब आदि पींदा सी, वेसवावां दे नाच उस पवित्र दरबार दे अंदर हुंदे सी। हरमंदर साहिब दे अंदर उस दरबार दे विच आण के उहदा सिर वड्ड के लैके ते बीकानेर दे जंगलां च पहुंचे ने भाई सुखा सिंह ते भाई महताब सिंह। ते आप जी ने फिर सरवण कीता सी कि किवें महताब सिंह दा जिहड़ा पोतरा है वो रतन सिंह भंगू होया, किवें उन्हां दा पुत्तर राय सिंह जिहड़ा सी इहदे ते 3 वार कीते ने। नत्थू खैरा जिहड़ा है ਉਹਨੂੰ ਅਧੀਨਗੀ ਦੇ ਕੇ ਆਪਣੇ ਪੁੱਤਰ ਦੀ ਬਾਹ ਫੜਾ ਕੇ ਮਹਿਤਾਬ ਸਿੰਘ ਮੀਰਾ ਕੋਟੀਆ ਚਲਾ ਗਿਆ। ਫਿਰ ਉਹਦੇ ਪੁੱਤਰ ਦੇ ਉੱਤੇ 3 ਵਾਰ ਜਿਹੜੇ ਕਰ ਕੀਤੇ ਹਨ। ਨੱਥੂ ਨੂੰ ਵੀ ਮਾਰ ਦਿੱਤਾ ਹੈ, ਸ਼ਹੀਦ ਕਰ ਦਿੱਤਾ ਹੈ, ਪਰ ਉਹਨੇ ਆਪਣਾ ਬਚਨ ਪੁਗਾਇਆ ਹੈ ਜੋ ਉਹਨੇ ਵਾਅਦਾ ਕੀਤਾ ਸੀ ਮਹਿਤਾਬ ਸਿੰਘ ਮੀਰਾ ਕੋਟੀਏ ਨਾਲ। ਫਿਰ ਰਾਜ ਸਿੰਘ ਤੋਂ ਗਾਂ ਰਤਨ ਸਿੰਘ ਭੰਗੂ ਤੇ ਰਤਨ ਸਿੰਘ ਭੰਗੂ ਨਾਂ ਦੇ ਗਾਂ ਕੁੱਲ ਦੇ ਵਿੱਚੋਂ ਹੀ ਜਨਰਲ ਸਰਦਾਰ ਸੁਬੇਗ ਸਿੰਘ ਹੋਏ, ਜਿਨ੍ਹਾਂ ਨੇ 84 ਦੇ ਵੇਲੇ ਸਿੰਘਾਂ ਦੀ ਅਗਵਾਈ ਕੀਤੀ ਹਰਮੰਦਰ ਸਾਹਿਬ ਦੇ ਉੱਤੇ ਜਦੋਂ ਭਾਰਤ ਦੀ ਫੌਜ ਨੇ ਹਮਲਾ ਕੀਤਾ। ਸੋ ਇਹ ਉਹਨਾਂ ਦੇ ਨਾਲ ਪੀੜ੍ਹੀ ਜੁੜਦੀ ਹੈ। ਇੱਥੋਂ ਤੱਕ ਆਪਾਂ ਕੱਲ ਦਾ ਜਿਹੜਾ ਸਮੁੱਚਾ ਇਤਿਹਾਸ ਹੈ ਉਹ ਆਪਾਂ ਵਾਚਿਆ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਇਸ ਤੋਂ ਅਗਲਾ ਜੋ ਇਤਿਹਾਸ ਹੈ ਜ਼ਕਰੀਆ ਖਾਨ ਦੀ ਮੌਤ ਕਿਵੇਂ ਹੁੰਦੀ ਹੈ, ਉਹ ਇਤਿਹਾਸ ਆਪਾਂ ਅੱਜ ਆਪ ਜੀ ਸਰਵਣ ਕਰੋਗੇ। ਤਾਰੂ ਸਿੰਘ ਜੀ ਦੀ ਮਹਾਨ ਸ਼ਹਾਦਤ, ਜਿਨ੍ਹਾਂ ਦੇ ਬਾਰੇ ਸਾਡਾ ਪੰਥ ਬੜੇ ਪਿਆਰ ਦੇ ਨਾਲ, ਜਿਨ੍ਹਾਂ ਨੂੰ ਸਤਿਕਾਰ ਦੇ ਨਾਲ ਯਾਦ ਕਰਦਾ ਹੈ। ਬੜੀ ਪਿਆਰੀ ਰੂਹ ਸਨ ਭਾਈ ਤਾਰੂ ਸਿੰਘ ਜੀ, ਉਹਨਾਂ ਦੀ ਸ਼ਹਾਦਤ ਦੇ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਹੈ। ਤੇ ਨਾਲ ਹੀ ਜ਼ਕਰੀਆ ਖਾਨ ਦੀ ਮੌਤ ਕਿਵੇਂ ਹੋਈ, ਮਹਿਤਾਬ ਮੀਰਾ ਕੋਟੀਆ ਉਹਨਾਂ ਦੀ ਵੀ ਸ਼ਹਾਦਤ ਇਹਨਾਂ ਦਿਨਾਂ ਵਿੱਚ ਹੀ ਹੋਈ ਭਾਈ ਤਾਰੂ ਸਿੰਘ ਜੀ ਦੇ ਨਾਲ ਹੀ। ਸੋ ਉਹ ਸਾਰਾ ਇਤਿਹਾਸ ਆਪਾਂ ਅੱਜ ਵਾਚਣਾ ਹੈ। ਜਿੰਨੇ ਵੀ ਗੁਰਮੁਖ ਪਿਆਰੇ ਆਪ ਜੁੜੇ ਹੋ, ਸਰਬਾ ਸੰਗਤ ਦਾ ਧੰਨਵਾਦ। ਆਓ ਆਪਾਂ ਇਸ ਕਲਾਸ ਦੀ ਆਰੰਭਤਾ ਕਰੀਏ। ਆਰੰਭਤਾ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਨਾਦਰ ਸ਼ਾਹ ਦੇ ਹਮਲੇ ਨੇ ਲਾਹੌਰ ਸਰਕਾਰ ਦਾ ਪ੍ਰਬੰਧ ਬੜਾ ਵਿਗਾੜ ਦਿੱਤਾ ਸੀ, ਕਿਉਂਕਿ ਲਾਹੌਰ ਦਾ ਜਿਹੜਾ ਸੀ ਸ਼ਾਹੀ ਖਜ਼ਾਨਾ ਉਹ ਖਤਮ ਹੋ ਗਿਆ।
ਇਹਦੇ ਵਿੱਚੋਂ ਕਾਫੀ ਧਨ ਨਾਦਰ ਸ਼ਾਹ ਨੂੰ ਵੀ ਦੇਣਾ ਪਿਆ, ਲਾਹੌਰ ਦੇ ਨਵਾਬ ਜ਼ਕਰੀਆ ਖਾਨ ਨੂੰ। ਤੇ ਨਾਲ ਹੀ ਸਿੱਖਾਂ ਨੇ ਪ੍ਰਬੰਧ ਦੇ ਜਿਹੜਾ ਸੀ ਉਹ ਸਿੱਖਾਂ ਨੇ ਵੀ ਵਿਗਾੜ ਦਿੱਤਾ, ਕਿਉਂਕਿ ਕਾਫੀ ਲੁੱਟਮਾਰ ਸਿੱਖਾਂ ਨੇ ਕੀਤੀ ਉਸ ਸਮੇਂ। ਸਿੱਖ ਭਾਵੇਂ ਉਸ ਸਮੇਂ ਸਾਧ ਸੰਗਤ ਜਿਹੜੇ ਸਨ ਉਹ ਜੰਗਲਾਂ ਦੇ ਵਿੱਚ ਸਨ, ਬੀਕਾਨੇਰ ਆਦਿ ਨਿਕਲ ਗਏ ਸਨ, ਕੁਝ ਪਹਾੜਾਂ ਦੀਆਂ ਕੰਧਰਾਂ ਨੂੰ ਚੜ੍ਹ ਗਏ, ਪਰ ਫਿਰ ਵੀ ਜਿਹੜਾ ਪੰਜਾਬ ਸੀ ਉਹ ਉਜੜਿਆ ਪਿਆ ਸੀ, ਕਿਉਂਕਿ ਕਿਸੇ ਪਾਸਿਓਂ ਕੋਈ ਪੈਸਾ ਨਹੀਂ ਸੀ ਆ ਰਿਹਾ, ਹਾਲਾਤ ਕਾਫੀ ਮਾੜੇ ਸੀ। ਫਿਰ ਹੋਇਆ ਕਿ ਦੇਸ਼ ਦਾ ਉਜਾੜਾ ਹੋ ਗਿਆ ਸੀ, ਨਾ ਕਿਤੇ ਕੋਈ ਮਾਮਲਾ ਤਾਰਿਆ ਜਾ ਸਕਦਾ ਹੈ, ਨਾ ਹੀ ਫੌਜ ਨੂੰ ਤਨਖਾਹਾਂ ਦਿੱਤੀਆਂ ਜਾ ਸਕਦੀਆਂ ਸੀ। ਤੇ ਇੱਧਰ ਫੌਜ ਨੇ ਤਨਖਾਹ ਮੰਗੀ ਹੈ, ਤੇ ਜ਼ਕਰੀਆ ਖਾਨ ਨੇ ਆਪਣੇ ਦੀਵਾਨ ਲਖਪਤ ਰਾਏ ਨੂੰ, ਜਿਹਦੇ ਅਧੀਨ ਇਹ ਸਾਰਾ ਕੁਝ ਸੀ, ਲਖਪਤ ਰਾਏ ਨੂੰ ਕਿਹਾ ਕਿ ਤੂੰ ਤਨਖਾਹਾਂ ਦੇ। ਤੇ ਲਖਪਤ ਰਾਏ ਨੇ ਕਿਹਾ ਕਿ ਖਜ਼ਾਨਾ ਖਾਲੀ ਹੈ ਤੇ ਮੈਂ ਤਨਖਾਹਾਂ ਨਹੀਂ ਦੇ ਸਕਦਾ। ਜ਼ਕਰੀਆ ਖਾਨ ਨੇ ਲਖਪਤ ਨੂੰ ਫੜ ਕੇ ਕੈਦ 'ਚ ਪਾ ਲਿਆ। ਫਿਰ ਇਹਦਾ ਭਰਾ ਹੈ ਲਖਪਤ ਰਾਏ ਦਾ, ਜਸਪਤ ਰਾਏ। ਜਸਪਤ ਰਾਏ ਨੇ ਫਿਰ ਆਪਣੇ ਭਰਾ ਦੇ ਲਈ ਤਨਖਾਹਾਂ ਦਾ ਪ੍ਰਬੰਧ ਕਰਕੇ ਦਿੱਤਾ, ਪੈਸੇ ਜਿਹੜੇ ਉਹ ਜ਼ਕਰੀਆ ਖਾਨ ਨੂੰ ਦਿੱਤੇ ਤੇ ਆਪਣੇ ਭਰਾ ਨੂੰ ਛੁਡਾ ਲਿਆ ਲਖਪਤ ਰਾਏ। ਫਿਰ ਦੋਵਾਂ ਭਰਾਵਾਂ ਨੇ ਖਾਨ ਬਹਾਦਰ ਦਾ ਹੁਕਮ ਮੰਨ ਕੇ ਜਿੰਨੇ ਵੀ ਪੰਜਾਬ ਦੇ ਜ਼ਿਮੀਂਦਾਰ ਸਨ, ਚੌਧਰੀ ਸਨ, ਉਹਨਾਂ ਤੇ ਸਖਤੀ ਕੀਤੀ ਹੈ ਤੇ ਉਹਨਾਂ ਦੇ ਕੋਲੋਂ ਧੱਕੇ ਦੇ ਨਾਲ ਮਾਮਲਾ ਉਗਰਾਇਆ ਗਿਆ। ਟੈਕਸ ਜਿਹੜਾ ਧੱਕੇ ਦੇ ਨਾਲ ਉਹਨਾਂ ਦੇ ਕੋਲੋਂ ਇਕੱਠਾ ਕੀਤਾ ਗਿਆ। ਤੇ ਜਲੰਧਰ ਦੁਆਬੇ ਦਾ ਜਿਹੜਾ ਨਾਜ਼ਮ ਸੀ ਅਦੀਨਾ ਬੇਗ, ਜਿਹਦੀ ਆਪ ਜੀ ਨੇ ਪਿੱਛੇ ਸਰਵਣ ਕੀਤਾ ਸੀ, ਅਦੀਨਾ ਬੇਗ ਜਿਹੜਾ ਸੀ, ਉਹਨੇ ਵੀ ਕੋਈ ਮਾਮਲਾ ਨਹੀਂ ਸੀ ਤਾਰਿਆ, ਤੇ ਉਹਨੂੰ ਵੀ ਦੀਵਾਨ ਭਵਾਨੀ ਦਾਸ ਨੂੰ ਤੇ ਉਹਨੂੰ ਦੋਵਾਂ ਜਾਣਿਆਂ ਨੂੰ ਕੈਦ ਕਰ ਲਿਆ ਹੈ ਨਵਾਬ ਜ਼ਕਰੀਆ ਖਾਨ ਨੇ। ਤੇ ਅਦੀਨਾ ਬੇਗ ਤੇ ਕੈਦ ਦੇ ਵਿੱਚੋਂ ਭੱਜ ਗਿਆ ਤੇ ਭਵਾਨੀ ਦਾਸ ਨੂੰ ਜਿਹੜਾ ਦੇਗ ਦੇ ਵਿੱਚ ਉਬਾਲਿਆ ਗਿਆ। ਫਿਰ ਲਖਪਤ ਰਾਏ ਦੇ ਕਹਿਣ ਤੇ ਭਵਾਨੀ ਦਾਸ ਨੂੰ ਰਿਹਾ ਕਰ ਦਿੱਤਾ ਤੇ ਅਦੀਨਾ ਬੇਗ ਨੂੰ ਫਿਰ ਜਲੰਧਰ ਦੀ ਹਕੂਮਤ ਜਿਹੜੀ ਉਹ ਵਾਪਸ ਦੇ ਦਿੱਤੀ ਗਈ ਹੈ। ਤੇ ਮੱਸੇ ਦੇ ਕਤਲ ਤੋਂ ਬਾਅਦ ਅੰਮ੍ਰਿਤਸਰ ਵਿੱਚ ਸਿੱਖਾਂ ਦਾ ਆਉਣਾ ਅਸਲੋਂ ਬੰਦ ਕਰ ਦਿੱਤਾ। ਹਰ ਪਾਸੇ ਦੇ ਉੱਤੇ ਸਖਤ ਪਹਿਰੇ ਲਾ ਦਿੱਤੇ ਗਏ। ਸ਼ਾਹੀ ਫੌਜ ਦੇ ਪਹਿਰੇ ਪਹਿਲੋਂ ਨਾਲੇ ਬੜੇ ਸਖਤ ਕਰ ਦਿੱਤੇ। ਫਿਰ ਵੀ ਕੋਈ ਸਿੱਦਕੀ ਸਿੱਖ ਜਿਹੜਾ ਸੀ ਉਹ ਰਾਤ ਬਰਾਤੇ ਆਉਂਦਾ, ਇਸ਼ਨਾਨ ਕਰਕੇ ਤੇ ਜੰਗਲ ਨੂੰ ਭੱਜ ਜਾਂਦਾ ਸੀ। ਇੱਥੋਂ ਤੱਕ ਕਿ ਵੀ ਇਤਿਹਾਸ ਕਹਿੰਦਾ ਕਿ ਸਿੱਖ ਰਾਤ ਵੇਲੇ ਆਉਂਦਾ, ਕੋਈ ਨਾ ਕੋਈ ਸਿੱਖ ਇਸ਼ਨਾਨ ਕਰਦਾ ਤੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਦੀਵਾ ਜਗਾ ਕੇ ਤੇ ਉੱਥੋਂ ਚਲਾ ਜਾਂਦਾ। ਜਦੋਂ ਸਵੇਰੇ ਆਉਂਦੇ ਮੁਸਲਮਾਨ ਵੇਖਦੇ ਆ ਕੇ, ਜਿੰਨੇ ਵੀ ਹੁੰਦੇ ਸਿਪਾਹੀ, ਕਿ ਦੀਵਾ ਜਗਦਾ ਪਿਆ, ਤੇ ਉਹ ਕਹਿੰਦੇ ਵੀ ਲੈ ਇਹ ਤਾਂ ਸਿੱਖ ਕੋਈ ਇਸ਼ਨਾਨ ਕਰਕੇ ਗਿਆ ਜਿਹੜਾ ਦੀਵਾ ਜਗਾ ਕੇ ਗਿਆ। ਕਹਿਣ ਤੋਂ ਭਾਵ ਸਿੱਖ ਆਪਣੀ ਅਣਖਤਾਵੀ ਨਹੀਂ ਸੀ ਛੱਡਦੇ, ਭਾਵੇਂ ਉਹਨਾਂ ਨੂੰ ਇੰਨੇ ਸਖਤ ਪਹਿਰੇ ਦੇ ਵਿੱਚ ਵੀ ਇਸ਼ਨਾਨ ਤੋਂ ਰੋਕਿਆ ਗਿਆ, ਪਰ ਫਿਰ ਵੀ ਸਿੱਖ ਉਸ ਅੰਮ੍ਰਿਤਸਰ ਦਾ ਇਸ਼ਨਾਨ ਜਿਹੜਾ ਉਹ ਕਰਦੇ ਰਹੇ। ਭਾਵੇਂ ਅੱਜ ਉਸ ਹਰਿਮੰਦਰ ਸਾਹਿਬ ਦੇ ਜਲ ਨੂੰ ਕਈ ਪ੍ਰਕਾਰ ਦੀਆਂ ਗੱਲਾਂ ਦੇ ਨਾਲ ਝੁਠਲਾਇਆ ਜਾ ਰਿਹਾ ਕਿ ਉਸ ਅੰਮ੍ਰਿਤਸਰ ਦੇ ਜਲ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਤਾਕਤ ਨਹੀਂ, ਉਹਦਾ ਕੀ ਫਾਇਦਾ, ਉਹਦੇ ਨਾਲ ਕੀ ਹੋਵੇਗਾ, ਕਈ ਤਰ੍ਹਾਂ ਦੇ ਸਵਾਲ ਜਿਹੜੇ ਉਹ ਪੈਦਾ ਕੀਤੇ ਜਾ ਰਹੇ ਆ। ਪਰ ਜਿਹੜੀ ਸ਼ਰਧਾਵਾਨ ਸਿੱਖ, ਉਹਨਾਂ ਨੂੰ ਪਤਾ ਹੈ ਕਿ ਗੁਰੂ ਸਾਡਾ ਸਮਰੱਥ ਹੈ ਤੇ ਗੁਰੂ ਦਾ ਕੀਤਾ ਹੋਇਆ ਕਦੀ ਵੀ ਮਾੜਾ ਨਹੀਂ ਹੋ ਸਕਦਾ। ਜੇ ਗੁਰੂ ਸਮਰੱਥ ਹੈ ਤੇ ਉਹਨੇ ਸਰੋਵਰ ਵੀ ਕਿਸੇ ਕਾਰਨ ਕਰਕੇ ਬਣਾਏ ਆ, ਤੇ ਜੇ ਸਰੋਵਰ ਬਣਾਏ ਆ ਤੇ ਉਹਨਾਂ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਨ ਵਾਲੀ ਸੂਰਮੇ ਵੀ ਰਾਤ ਬਰਾਤੇ ਜਾ ਕੇ ਵੀ ਉਹਨਾਂ ਸਰੋਵਰਾਂ ਦੇ ਇਸ਼ਨਾਨ ਕਰਕੇ ਦੀਵੇ ਜਗਾ ਕੇ ਆਉਂਦੇ ਰਹੇ ਆ। ਤੇ ਸਾਧ ਸੰਗਤ ਫਿਰ ਉਹ ਸਿਆਣੇ ਹੋਏ ਕਿ ਜਾਂ ਅੱਜ ਦੇ ਵਿਦਵਾਨ ਜਿਹੜੇ ਗੱਲ ਕਹਿੰਦੇ ਆ ਕਿ ਅੰਮ੍ਰਿਤਸਰ ਦਾ ਜਿਹੜਾ ਇਸ਼ਨਾਨ ਉਹ ਜ਼ਰੂਰੀ ਨਹੀਂ ਆ, ਤੇ ਜੇ ਜ਼ਰੂਰੀ ਨਾ ਹੁੰਦਾ ਤੇ ਫਿਰ ਸਿੱਖ ਇੰਨੀਆਂ ਕੁਰਬਾਨੀਆਂ ਅੰਮ੍ਰਿਤਸਰ ਦੇ ਵਾਸਤੇ ਕਿਉਂ ਕਰਦੇ? ਫਿਰ ਉਹ ਕਿਤੇ ਹੋਰ ਇੱਕ ਗੁਰਦੁਆਰਾ ਬਣਾ ਲੈਂਦੇ ਹਰਿਮੰਦਰ ਸਾਹਿਬ ਵਰਗਾ, ਤੇ ਉੱਥੇ ਬਹਿ ਜਾਂਦੇ ਤੇ ਕਹਿੰਦੇ ਕੀ ਲੋੜ ਹੈ ਹਰਿਮੰਦਰ ਸਾਹਿਬ ਦੀ, ਫਿਰ ਕੀ ਆ ਜੇ ਇੱਥੇ ਮੱਸਾ ਰੰਗੜ ਹੁੱਕਾ ਪੀਂਦਾ ਹੈ, ਫਿਰ ਕੀ ਆ ਉੱਥੇ ਸ਼ਰਾਬ ਦੇ ਦੌਰ ਚੱਲਦੇ ਆ, ਅਸੀਂ ਆਪਣਾ ਵੱਖਰਾ ਦਰਬਾਰ ਬਣਾ ਕੇ ਬਹਿ ਜਾਂਦੇ। ਪਰ ਨਹੀਂ, ਸਿੱਖਾਂ ਦੀ ਅਣਖ ਤੇ ਗੈਰਤ ਦੀ ਗੱਲ ਹੈ ਸਾਧ ਸੰਗਤ। ਜਿੱਥੇ ਗੁਰੂ ਦਾ ਹੁਕਮ ਹੈ ਨਾ ਸਿੱਖ ਨੂੰ, ਉੱਥੇ ਬਾਕੀ ਗੱਲਾਂ ਪਿੱਛੇ ਰਹਿ ਜਾਂਦੀਆਂ। ਇਸ ਕਰਕੇ ਅੰਮ੍ਰਿਤਸਰ ਦੇ ਦਰਸ਼ਨ ਤੇ ਇਸ਼ਨਾਨ ਹਰ ਸਿੱਖ ਜਿਹੜਾ ਆ ਉਹ ਕਰਨਾ ਚਾਹੁੰਦਾ ਹੈ, ਤੇ ਸਿੱਖ ਕਰਦੇ ਵੀ ਰਹੇ। ਰਾਤ ਬਰਾਤੇ ਜਾ ਕੇ ਇਸ਼ਨਾਨ ਕਰਨਾ ਅੰਮ੍ਰਿਤਸਰ ਦਾ, ਤੇ ਫਿਰ ਅੰਮ੍ਰਿਤ ਵੇਲੇ ਆਪਣੇ ਥਾਂ ਟਿਕਾਣੇ ਨੂੰ ਭੱਜ ਜਾਣਾ, ਜੰਗਲ ਵੇਲਿਆਂ ਦੇ ਵਿੱਚ ਵੜ ਜਾਣਾ। ਤੇ ਸਾਧ ਸੰਗਤ ਉਸ ਸਮੇਂ ਕਹਿੰਦੇ ਇਸ਼ਨਾਨ ਜਿਹੜਾ ਕਰਨਾ ਸੀ ਆਪਣੀ ਜਾਨ ਤੇ ਖੇਡਣ ਦੇ ਬਰਾਬਰ ਸੀ। ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਦਾ ਇਸ਼ਨਾਨ ਕਰਨਾ
ਕਹਿੰਦੇ ਆ ਕਿ ਉਹ ਆਪਣੀ ਉਸ ਸਮੇਂ ਜਾਣ ਤੇ ਖੇਡਣ ਦੇ ਬਰਾਬਰ ਸੀ। ਇੰਨਾ ਉਸ ਸਮੇਂ ਸਖਤ ਪਹਿਰਾ ਹਰਿਮੰਦਰ ਸਾਹਿਬ ਦੇ ਦੁਆਲੇ ਲਗਾ ਦਿੱਤਾ ਗਿਆ। ਤੇ ਅਜਿਹੀਆਂ ਖਬਰਾਂ ਸੁਣ ਕੇ ਚੌਧਰੀ ਤੇ ਚੁਗਲ ਜਿਹੜੇ ਸਨ, ਉਹ ਸਰਕਾਰ ਵੱਲੋਂ ਸਖਤੀ ਹੋਣ ਲੱਗੀ ਤੇ ਉਹ ਵੀ ਫਿਰ ਸਖਤ ਹੋ ਗਏ। ਤੇ ਸਰਕਾਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਣ ਬੁੱਝ ਕੇ ਸਿੰਘ ਨਹੀਂ ਫੜਾਉਂਦੇ। ਤੇ ਚੁਗਲਾਂ ਨੇ ਸਿੰਘਾਂ ਦੇ ਫਿਰ ਬਾਲ ਬੱਚੇ ਘਰ-ਬਾਰ ਜਿਹੜੇ ਅਮਨ ਦੇ ਨਾਲ ਵਸਦੇ ਸਨ, ਸਿੱਖ ਘਰਾਂ ਦੇ ਵਿੱਚ ਆਮ ਕਿਰਤੀ ਸਿੱਖ ਜਿਹੜੇ ਸਨ, ਉਹਨਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਫੜ ਕੇ ਕਤਲ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਕਹਿੰਦੇ ਅਨੇਕਾਂ ਧਰਮੀ ਬੇਗੁਨਾਹ ਜਿਹੜੇ ਸਿੱਖ ਸਨ, ਉਹ ਸ਼ਹੀਦ ਕਰ ਦਿੱਤੇ ਗਏ। ਤੇ ਇੱਥੇ ਹੀ ਸਾਧ ਸੰਗਤ ਇੱਕ ਬੜਾ ਗੁਰੂ ਦਾ ਪਿਆਰਾ ਸਿੱਖ ਭਾਈ ਤਾਰੂ ਸਿੰਘ, ਇਹਨਾਂ ਦਾ ਜ਼ਿਕਰ ਸਾਡਾ ਇਤਿਹਾਸ ਬੜੇ ਵੱਡੇ ਪੱਧਰ ਤੇ ਕਰਦਾ ਹੈ। ਕਿਉਂਕਿ ਜੋ ਜੱਤ ਤੇ ਜੋ ਸੱਤ ਦੇ ਧਾਰਨੀ ਸਨ ਭਾਈ ਤਾਰੂ ਸਿੰਘ, ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਕਾਰਜ ਕੀਤਾ, ਜਿੰਨੇ ਪਿਆਰ ਦੇ ਨਾਲ ਉਹ ਆਪਣੇ ਜੀਵਨ ਨੂੰ ਬਤੀਤ ਕਰਦੇ ਸਨ, ਜਿੰਨਾ ਉਹਨਾਂ ਦਾ ਵਿਚਿੱਤਰ ਇਤਿਹਾਸ ਹੈ। ਸਾਧ ਸੰਗਤ ਉਹ ਤੋਂ ਪਤਾ ਲੱਗਦਾ ਹੈ ਕਿ ਭਾਈ ਤਾਰੂ ਸਿੰਘ ਜੀ ਬਹੁਤ ਹੀ ਬਹਾਦਰ ਤੇ ਕਾਬਲ ਇਨਸਾਨ ਸਨ, ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਤਾਰੂ ਸਿੰਘ ਜੀ ਭਰ ਜਵਾਨੀ ਦੀ ਉਮਰ ਹੈ, 25-23 ਸਾਲ ਦੇ ਨੌਜਵਾਨ ਹਨ ਭਾਈ ਤਾਰੂ ਸਿੰਘ। ਤੇ ਸਾਧ ਸੰਗਤ ਘਰ ਦੇ ਵਿੱਚ ਪੂਲਾ ਪਿੰਡ ਹੈ ਇਹਨਾਂ ਦਾ, ਭਾਈ ਤਾਰੂ ਸਿੰਘ ਦਾ। ਪੂਲੇ ਪਿੰਡ ਦੇ ਰਹਿਣ ਵਾਲੇ ਨੇ, ਇੱਥੇ ਰਹਿ ਕੇ ਆਪਣੀ ਕਿਰਤ ਕਰਦੇ ਨੇ, ਖੇਤੀਬਾੜੀ ਦਾ ਕੰਮ ਸੰਭਾਲਦੇ। ਪਿਤਾ ਦੀ ਸ਼ਹਾਦਤ ਜਿਹੜੀ ਆ ਉਹ ਹੋ ਚੁੱਕੀ ਹੈ। ਪਿਤਾ ਦਾ ਨਾਮ ਭਾਈ ਜੋਧ ਇਤਿਹਾਸ ਨੇ ਦੱਸਿਆ, ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜੰਗ ਦੇ ਵਿੱਚ ਸ਼ਹੀਦ ਹੋ ਗਏ ਸਨ। ਫਿਰ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਮਾਤਾ ਦਾ ਨਾਮ ਹੈ, ਇਹਨਾਂ ਦੀ ਮਾਤਾ ਤੇ ਇੱਕ ਭੈਣ ਹੈ, ਭੈਣ ਦਾ ਨਾਮ ਭਾਈ ਤਾਰ ਕੌਰ ਆਇਆ, ਬੀਬੀ ਤਾਰ ਕੌਰ ਆਇਆ। ਦੋਵੇਂ ਭੈਣ ਭਰਾ ਤੇ ਇਹਨਾਂ ਦੀ ਮਾਂ ਜਿਹੜੇ ਹਨ ਉਹ ਘਰ ਦੇ ਵਿੱਚ ਰਹਿੰਦੇ ਨੇ। ਖੇਤੀਬਾੜੀ ਦਾ ਪ੍ਰਬੰਧ ਜਿਹੜਾ ਸੀ ਉਹ ਸਾਰਾ ਸੰਭਾਲਣਾ ਭਾਈ ਤਾਰੂ ਸਿੰਘ ਨੇ। ਪਿੰਡ ਦੇ ਬੜੇ ਮੋਹਤਬਾਰ ਤੇ ਪਿਆਰੇ ਜਿੰਨੇ ਵੀ ਸਨ, ਉਹ ਭਾਈ ਤਾਰੂ ਸਿੰਘ ਜੀ ਉਹਨਾਂ ਨੂੰ ਬੜਾ ਪਿਆਰ ਕਰਦੇ ਤੇ ਬੜਾ ਚੰਗਾ ਨੌਜਵਾਨ ਗਿਣਦੇ ਸਨ। ਚੰਗੀਆਂ ਇਨਸਾਨਾਂ ਦੇ ਵਿੱਚ ਗਿਣਤੀ ਭਾਈ ਤਾਰੂ ਸਿੰਘ ਦੀ ਹੁੰਦੀ ਸੀ। ਬੜਾ ਸਤਿਕਾਰ ਮਾਣ ਹਰ ਪੰਚਾਇਤ ਵੀ ਦਿੰਦੀ, ਸਾਰੇ ਬੜਾ ਉਹਨਾਂ ਦਾ ਮਾਣ ਸਤਿਕਾਰ ਕਰਦੇ ਸਨ। ਤੇ ਕਹਿੰਦੇ ਕਿ ਭਾਈ ਤਾਰੂ ਸਿੰਘ ਜਿਹੜੇ ਸਨ ਉਹ ਕਿਰਤੀ ਸਿੱਖ ਹੋਣ ਦੇ ਨਾਲ ਨਾਲ ਜੋ ਵੀ ਇਹਨਾਂ ਦਾ ਕਿਰਤ ਕਰਦੇ ਸਨ ਖੇਤੀਬਾੜੀ, ਉਹਦੇ ਵਿੱਚੋਂ ਵੰਡ ਕੇ ਛਕਣ ਦੇ ਵੀ ਬੜੇ ਆਦੀ ਸਨ। ਜਿਹੜਾ ਵੀ ਕੋਈ ਆਉਂਦਾ ਉਹਦੇ ਵਾਸਤੇ ਜਲ ਪਾਣੀ ਹਰ ਵੇਲੇ ਤਿਆਰ ਰਹਿੰਦਾ। ਤੇ ਮਾਤਾ ਇਹਨਾਂ ਦੀ ਆਪ ਇਹਨਾਂ ਨੂੰ ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ, ਸਮੁੱਚੀ ਬਾਣੀ ਦੀ ਸੰਥਿਆ ਭਾਈ ਤਾਰੂ ਸਿੰਘ ਜੀ ਦੀ ਮਾਤਾ ਨੇ ਇਹਨਾਂ ਨੂੰ ਕਰਵਾਈ ਹੈ। ਫਿਰ ਉਸ ਤੋਂ ਬਾਅਦ ਸਾਧ ਸੰਗਤ ਦੋਵੇਂ ਭੈਣ ਭਰਾ ਗੁਰਮੁਖੀ ਗੁਰਬਾਣੀ ਦੇ ਵਿੱਚ ਨਿਪੁੰਨ ਨੇ। ਭਾਈ ਤਾਰੂ ਸਿੰਘ ਸਰੰਦੇ ਦੇ ਨਾਲ ਕੀਰਤਨ ਵੀ ਕਰ ਲੈਂਦੇ ਸਨ, ਬੜਾ ਪਿਆਰਾ ਕੀਰਤਨ ਕਰਦੇ ਸਨ ਭਾਈ ਤਾਰੂ ਸਿੰਘ। ਇਸੇ ਪ੍ਰਕਾਰ ਜੀਵਨ ਬਤੀਤ ਆਪਣਾ ਕਰ ਰਹੇ ਆ ਪੂਲੇ ਦੀ ਧਰਤੀ ਦੇ, ਪਿੰਡ ਪੂਲੇ ਦੀ। ਤੇ ਇੱਥੋਂ ਪੱਟੀ ਦਾ ਹਾਕਮ ਹੈ ਇੱਕ, ਉਹ ਇੱਕ ਗਰੀਬ ਮੁਸਲਮਾਨ ਮਛੁਆਰਾ ਹੈ, ਮੱਛੀਆਂ ਫੜਨ ਵਾਲਾ। ਉਹਦੀ ਇੱਕ ਸੁੰਦਰ ਧੀ ਹੈ, ਉਹਦੀ ਧੀ ਨੂੰ ਕੈਦੀ ਬਣਾ ਕੇ, ਬੰਦੀ ਬਣਾ ਕੇ ਆਪਣੇ ਨਾਲ ਲੈ ਜਾਂਦਾ। ਉਹ ਵਿਚਾਰਾ ਜਾ ਕੇ ਜ਼ਕਰੀਆ ਖਾਨ ਦੇ ਕੋਲ ਲਾਹੌਰ ਫਰਿਆਦ ਕਰਦਾ ਹੈ। ਪਹਿਲੋਂ ਪੱਟੀ ਦੇ ਹਾਕਮ ਕੋਲ ਜਾਂਦਾ ਹੈ। ਪੱਟੀ ਦਾ ਹਾਕਮ ਕਹਿੰਦਾ ਕਿ ਮੈਂ ਨਹੀਂ ਤੈਨੂੰ ਤੇਰੀ ਧੀ ਦੇਣੀ, ਮੈਂ ਉਹਦੇ ਨਾਲ ਵਿਆਹ ਕਰਾਉਣਾ, ਨਿਕਾਹ ਕਰਾਉਣਾ ਹੈ। ਉਹ ਵਿਚਾਰਾ ਮਾਛੀ ਗਰੀਬ ਚੱਲਦਾ ਹੋਇਆ ਲਾਹੌਰ ਦਰਬਾਰ 'ਚ ਫਰਿਆਦੀ ਹੁੰਦਾ ਹੈ। ਲਾਹੌਰ ਜਾ ਕੇ ਕਹਿੰਦਾ ਹੈ ਕਿ ਮੇਰੀ ਧੀ ਜਿਹੜੀ ਹੈ ਪੱਟੀ ਦੇ ਹਾਕਮ ਨੇ ਉਹਨੂੰ ਫੜ ਲਿਆ, ਕੈਦ ਕਰ ਲਿਆ, ਤੇ ਮੇਰੀ ਧੀ ਨੂੰ ਛਡਾਉਣਾ ਕਰੋ। ਤੇ ਜ਼ਕਰੀਆ ਖਾਂ ਅੱਗੇ ਕਹਿੰਦਾ ਕਿ ਭਾਈ ਉਹ ਪੱਟੀ ਦਾ ਹਾਕਮ ਪੱਟੀ ਦੀ ਗੱਲ ਉਹੀ ਜਾਣੇ, ਮੈਂ ਉਹਦੀ ਕਿਸੇ ਗੱਲ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਲੱਤ ਨਹੀਂ ਅੜਾ ਸਕਦਾ। ਮੈਨੂੰ ਨਹੀਂ ਪਤਾ ਤੇਰੀ ਧੀ ਦਾ, ਆਪੇ ਛਡਾ ਲਾ ਜੇ ਤੇਰੇ ਕੋਲ ਛਡਾਈ ਜਾਂਦੀ। ਹੁਣ ਵਿਚਾਰਾ ਮਜਬੂਰ ਇਹ ਮਾਛੀ ਜਿਹੜਾ ਤੁਰਿਆ ਆਉਂਦਾ ਹੈ ਵਾਪਸ ਆਪਣੇ ਪਿੰਡ ਨੂੰ। ਤੇ ਜਾਂਦਿਆਂ ਜਾਂਦਿਆਂ ਰਸਤੇ 'ਚ ਰਾਤ ਪੈ ਜਾਂਦੀ। ਰਾਤ ਪੈਂਦੀ ਹੈ ਤੇ ਕਿਸੇ ਰਾਹੀ ਨੂੰ ਪੁੱਛਦਾ ਹੈ, ਕਹਿੰਦਾ ਕਿ ਮੈਨੂੰ ਰਾਤ ਕੱਟਣ ਦੇ ਲਈ ਕੋਈ ਟਿਕਾਣਾ ਮਿਲ ਸਕਦਾ। ਉਹ ਕਹਿੰਦਾ ਭਾਈ ਇੱਥੋਂ ਥੋੜੀ ਦੂਰ ਪਿੰਡ ਪੂਲਾ ਹੈ, ਉੱਥੇ ਇੱਕ ਸਿੱਖ ਹੈ ਭਾਈ ਤਾਰੂ ਸਿੰਘ, ਬੜਾ ਪਿਆਰਾ ਸਿੱਖ ਹੈ, ਆਈ ਗਈ ਦੀ ਸੇਵਾ ਕਰਦਾ।
ਉਹਦੇ ਘਰ ਚਲੇ ਜਾ, ਉੱਥੇ ਤੈਨੂੰ ਪ੍ਰਸ਼ਾਦਾ ਪਾਣੀ ਵੀ ਮਿਲ ਜਾਣਾ ਹੈ ਤੇ ਨਾਲ ਤੈਨੂੰ ਰਾਤ ਕੱਟਣ ਦੇ ਵਾਸਤੇ ਵੀ ਉੱਥੇ ਜਗ੍ਹਾ ਮਿਲ ਜਾਣੀ। ਤੇ ਉਹ ਮਾਛੀ ਜਿਹੜਾ ਸੀ ਵਿਚਾਰਾ ਰਾਤ ਕੱਟਣ ਵਾਸਤੇ ਜਲ ਪਾਣੀ ਦੇ ਵਾਸਤੇ ਆਉਂਦਾ ਹੈ ਭਾਈ ਤਾਰੂ ਸਿੰਘ ਜੀ ਦੇ ਕੋਲ। ਭਾਈ ਤਾਰੂ ਸਿੰਘ ਜੀ ਜਿਹੜੇ ਹਨ ਜਦੋਂ ਇਹਨਾਂ ਦੇ ਕੋਲ ਆਉਂਦਾ ਹੈ ਤੇ ਆਣ ਕੇ ਭਾਈ ਤਾਰੂ ਸਿੰਘ ਨੂੰ ਨਮਸਕਾਰ ਕਰਦਾ ਹੈ। ਭਾਈ ਤਾਰੂ ਸਿੰਘ ਜੀ ਜਲ ਪਾਣੀ ਛਕਾਉਂਦੇ, ਪ੍ਰਸ਼ਾਦਾ ਪਾਣੀ ਛਕਾਉਂਦੇ ਆ। ਵਿਚਾਰਾ ਰੋਟੀ ਦੀ ਬੁਰਕੀ ਨਹੀਂ ਅੰਦਰ ਲੰਘਦੀ। ਭਾਈ ਤਾਰੂ ਸਿੰਘ ਜੀ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਦੁੱਖ ਹੈ। ਭਾਈ ਤਾਰੂ ਸਿੰਘ ਪੁੱਛਦੇ ਆ ਕਿ ਭਾਈ ਉਸ ਮਾਛੀ ਨੂੰ ਕਿ ਭਾਈ ਤੇਰੀ ਕੀ ਮਜਬੂਰੀ ਹੈ, ਕੀ ਕਾਰਨ ਹੈ, ਬੜਾ ਦੁਖੀ, ਬੜਾ ਚਿੰਤਤ ਨਜ਼ਰ ਆ ਰਿਹਾ, ਤੁਸੀਂ ਮੈਨੂੰ ਦੱਸੋ ਤੁਹਾਡੀ ਮਜਬੂਰੀ ਕੀ ਹੈ। ਤੇ ਵਿਚਾਰਾ ਡਰਦਾ ਡਰਦਾ ਸਾਰੀ ਗੱਲ ਜਿਹੜੀ ਹੈ ਭਾਈ ਤਾਰੂ ਸਿੰਘ ਨੂੰ ਦੱਸ ਦਿੰਦਾ ਕਿ ਕਿਸ ਪ੍ਰਕਾਰ ਪੱਟੀ ਦੇ ਹਾਕਮ ਨੇ ਉਸ ਦੀ ਲੜਕੀ ਨੂੰ ਜਿਹੜਾ ਹੈ ਉਹ ਬੰਦੀ ਬਣਾ ਲਿਆ ਹੈ, ਚੱਕ ਕੇ ਲੈ ਗਿਆ ਹੈ ਘਰੋਂ ਹੀ, ਤੇ ਕਹਿੰਦਾ ਹੈ ਨਿਕਾਹ ਕਰਨਾ ਹੈ। ਤੇ ਕਹਿੰਦਾ ਮੈਂ ਸਭ ਜਗ੍ਹਾ ਦੇ ਉੱਤੇ ਜਾ ਆਇਆ ਪਰ ਮੇਰੀ ਕਿਸੇ ਤਰ੍ਹਾਂ ਦੀ ਜਿਹੜੀ ਆ ਫਰਿਆਦ ਨਹੀਂ ਮੰਨੀ ਗਈ। ਮੈਂ ਜ਼ਕਰੀਆ ਖਾਨ ਲਾਹੌਰ ਦੇ ਕੋਲ, ਲਾਹੌਰ ਦਾ ਜਿਹੜਾ ਜ਼ਕਰੀਆ ਖਾਨ ਦੇ ਕੋਲ ਜਾ ਕੇ ਫਰਿਆਦ ਕੀਤੀ ਹੈ, ਉਹਨੇ ਵੀ ਕਿਸੇ ਪ੍ਰਕਾਰ ਮੇਰੀ ਕੋਈ ਸਹਾਇਤਾ ਕਰਨ ਦੀ ਕੋਈ ਗੱਲ ਨਹੀਂ ਆਖੀ। ਫਿਰ ਉਸ ਤੋਂ ਬਾਅਦ ਸਾਧ ਸੰਗਤ ਭਾਈ ਤਾਰੂ ਸਿੰਘ ਕਹਿੰਦੇ ਆ ਠੀਕ ਹੈ ਬਜ਼ੁਰਗ ਜੀ ਤੁਸੀਂ ਆਰਾਮ ਕਰੋ ਤੇ ਮੈਂ ਜਿੱਥੋਂ ਤੱਕ ਹੋ ਸਕਿਆ ਤੁਹਾਡੀ ਜਿਹੜੀ ਮਦਦ ਆ ਉਹ ਕਰਾਂਗਾ। ਭਾਈ ਤਾਰੂ ਸਿੰਘ ਨੂੰ ਪਤਾ ਲੱਗਦਾ ਹੈ ਕਿਉਂਕਿ ਹੁਣ ਜੰਗਲਾਂ ਬੇਲਿਆਂ 'ਚ ਜਿਹੜੇ ਸਿੱਖ ਆਉਂਦੇ ਸਨ ਉਹਨਾਂ ਨੂੰ ਪਤਾ ਸੀ ਕਿ ਭਾਈ ਤਾਰੂ ਸਿੰਘ ਪ੍ਰਸ਼ਾਦਾ ਪਾਣੀ ਛਕਾਉਣ ਵਾਲੇ, ਤੇ ਭਾਈ ਤਾਰੂ ਸਿੰਘ ਧਿਆਨ ਰੱਖਦੇ ਹੁੰਦੇ ਸਨ ਕਿ ਕਦੋਂ ਕੋਈ ਜੱਥਾ ਜਿਹੜਾ ਹੈ ਉਹ ਜੰਗਲ ਦੇ ਵਿੱਚ ਆਵੇ ਤੇ ਮੈਂ ਉਹਨਾਂ ਵਾਸਤੇ ਪ੍ਰਸ਼ਾਦਾ ਲੈ ਕੇ ਜਾਵਾਂ। ਇੱਥੋਂ ਤੱਕ ਇਤਿਹਾਸ ਕਹਿੰਦਾ ਹੈ ਕਿ ਇੱਕ ਵਾਰੀ ਭਾਈ ਤਾਰੂ ਸਿੰਘ ਦੀ ਭੈਣ ਨੇ ਬੜਾ ਸੋਹਣਾ ਚੋਲਾ ਜਿਹੜਾ ਸੀ ਕੇ ਦਿੱਤਾ, ਬੜਾ ਸੋਹਣਾ ਚੋਲਾ ਸੀਤਾ, ਬੜੀ ਰੀਝ ਦੇ ਨਾਲ ਸੀ ਕੇ ਚੋਲਾ ਜਿਹੜਾ ਸੀ ਉਹ ਭਾਈ ਤਾਰੂ ਸਿੰਘ ਨੂੰ ਦਿੱਤਾ। ਤੇ ਭਾਈ ਤਾਰੂ ਸਿੰਘ ਨੂੰ ਕਹਿੰਦੀ ਆ ਕਿ ਵੀਰਾ ਤੇਰੇ ਵਾਸਤੇ ਸੀਤਾ ਹੈ ਤੇ ਤੂੰ ਪਹਿਨਣਾ ਹੈ। ਤੇ ਭਾਈ ਤਾਰੂ ਸਿੰਘ ਕਹਿੰਦੇ ਆ ਕਿ ਭੈਣ ਮੇਰੀਏ ਮੇਰੇ ਕੋਲ ਤੇ ਹੋਰ ਵੀ ਬੜੇ ਚੋਲੇ ਪਏ ਆ ਘਰ ਦੇ ਵਿੱਚ, ਜਿੰਨਾ ਚਿਰ 2 ਚੋਲੇ ਹੈਗੇ ਆ ਮੈਂ ਸਾਰੀ ਜਾਣਾ, ਇੱਕ ਪਾ ਲੈਣਾ ਇੱਕ ਧੋ ਲੈਣਾ, ਬਸ ਚੱਲੀ ਜਾਂਦਾ ਮੇਰਾ ਕੰਮ। ਤੇ ਇਹ ਜਿਹੜਾ ਨਵਾਂ ਚੋਲਾ ਹੈ ਇਹ ਕਿਉਂ ਨਾ ਆਪਾਂ ਜਿਹੜੇ ਜੰਗਲ ਵੇਲਿਆਂ 'ਚ ਸਿੱਖ ਆਉਂਦੇ ਆ ਉਹਨਾਂ ਵਿਚਾਰਿਆਂ ਦੇ ਕੋਲ ਤੇ ਕੱਪੜਾ ਨਹੀਂ ਹੈਗਾ ਤਨ ਢੱਕਣ ਨੂੰ, ਕਿਉਂ ਨਾ ਉਹਨਾਂ ਨੂੰ ਭੇਟਾ ਕਰਦੀ। ਤੇ ਇਸ ਪ੍ਰਕਾਰ ਭਾਈ ਤਾਰੂ ਸਿੰਘ ਨੇ ਨਵਾਂ ਚੋਲਾ ਜਿਹੜਾ ਉਹਨਾਂ ਦੀ ਭੈਣ ਨੇ ਸਿਉਤਾ ਸੀ ਭਾਈ ਤਾਰੂ ਸਿੰਘ ਵਾਸਤੇ, ਉਹ ਭਾਈ ਤਾਰੂ ਸਿੰਘ ਜੀ ਉਹਨਾਂ ਜੰਗਲਾਂ ਦੇ ਵਿੱਚ ਵਸਣ ਵਾਲਿਆਂ ਸਿੱਖਾਂ ਨੂੰ ਦੇ ਆਉਂਦੇ ਸਨ। ਇੰਨਾ ਪਰਉਪਕਾਰੀ ਜੀਵਨ ਸੀ ਇਹਨਾਂ ਦਾ। ਪਤਾ ਲੱਗਾ ਹੈ ਭਾਈ ਤਾਰੂ ਸਿੰਘ ਨੂੰ ਕਿ ਜੰਗਲ ਦੇ ਵਿੱਚ ਕੋਈ ਸਿੱਖ ਉਤਰਿਆ, ਗਏ ਨੇ ਜਾ ਕੇ ਫਤਿਹ ਬੁਲਾਈ ਹੈ। ਉਸ ਸਮੇਂ ਜਿਹੜਾ ਵੀ ਜੱਥਾ ਉਤਰਿਆ ਸੀ ਉਹਨਾਂ ਨੂੰ, ਤੇ ਉਹਨਾਂ ਨੇ ਜਲ ਪਾਣੀ ਛਕਿਆ। ਜਲ ਪਾਣੀ ਛਕਣ ਤੋਂ ਬਾਅਦ ਭਾਈ ਤਾਰੂ ਸਿੰਘ ਨੇ ਕਿਹਾ ਕਿ ਖਾਲਸਾ ਜੀ ਮੇਰੀ ਇੱਕ ਬੇਨਤੀ ਹੈ। ਤੇ ਸਾਰਿਆਂ ਨੇ ਕਿਹਾ ਭਾਈ ਤਾਰੂ ਸਿੰਘ ਜੀ ਤੁਸੀਂ ਬੇਨਤੀ ਨਹੀਂ, ਤੁਸੀਂ ਹੁਕਮ ਕਰਿਆ ਕਰੋ। ਜਦੋਂ ਵੀ ਅਸੀਂ ਇਸ ਪਾਸੇ ਆਉਂਦੇ ਹਾਂ ਤੁਸੀਂ ਸਾਡੀ ਇੰਨੀ ਸੇਵਾ ਕਰਦੇ ਹੋ ਪਰ ਅੱਜ ਤੱਕ ਤੁਸੀਂ ਕੁਝ ਨਹੀਂ ਮੰਗਿਆ ਖਾਲਸੇ ਦੇ ਕੋਲੋਂ, ਤੇ ਜੋ ਵੀ ਤੁਹਾਡਾ ਹੁਕਮ ਹੈ ਸਿਰ ਮੱਥੇ ਮੰਨਾਂਗੇ ਭਾਵੇਂ ਸਾਡੇ ਪ੍ਰਾਣ ਕਿਉਂ ਨਾ ਚਲੇ ਜਾਣ। ਫਿਰ ਭਾਈ ਤਾਰੂ ਸਿੰਘ ਨੇ ਉਸ ਗਰੀਬ ਮਾਛੀ ਦੀ ਜਿਹੜੀ ਸਾਰੀ ਕਹਾਣੀ ਹੈ ਉਹ ਸੁਣਾਈ ਹੈ ਕਿ ਕਿਸ ਪ੍ਰਕਾਰ ਪੱਟੀ ਦਾ ਹਾਕਮ ਉਹਦੀ ਧੀ ਨੂੰ ਚੁੱਕ ਕੇ ਲੈ ਗਿਆ। ਸਾਰੀ ਵਾਰਤਾ ਸੁਣਨ ਤੋਂ ਬਾਅਦ ਖਾਲਸੇ ਨੇ ਕਿਹਾ ਕਿ ਧੰਨ ਹੋ ਭਾਈ ਤਾਰੂ ਸਿੰਘ ਜੀ, ਜੇ ਅੱਜ ਖਾਲਸੇ ਦੇ ਕੋਲੋਂ ਕੁਝ ਮੰਗਿਆ ਵੀ ਹੈ ਤੇ ਉਹ ਵੀ ਕਿਸੇ ਹੋਰ ਦੇ ਵਾਸਤੇ ਮੰਗਿਆ, ਆਪਣੇ ਵਾਸਤੇ ਨਹੀਂ ਮੰਗਿਆ। ਜੇ ਤੁਸੀਂ ਅੱਜ ਮੰਗਿਆ ਵੀ ਹੈ ਨਾ, ਅਸੀਂ ਸੋਚਿਆ ਸੀ ਤੁਸੀਂ ਆਪਣੇ ਵਾਸਤੇ ਕੁਝ ਮੰਗਣ ਲੱਗੇ ਹੋ ਖਾਲਸੇ ਦੇ ਕੋਲੋਂ, ਤੇ ਅਸੀਂ ਸੋਚਿਆ ਸੀ ਤੁਸੀਂ ਆਪਣੇ ਵਾਸਤੇ ਮੰਗੋਗੇ, ਪਰ ਤੁਹਾਡਾ ਪਰਉਪਕਾਰੀ ਜੀਵਨ ਕਿੰਨਾ ਹੈ, ਤੁਸੀਂ ਜੀ ਅੱਜ ਮੰਗਿਆ ਵੀ ਹੈ ਤੇ ਕਿਸੇ ਹੋਰ ਦੇ ਵਾਸਤੇ ਮੰਗਿਆ। ਠੀਕ ਹੈ ਭਾਈ ਤਾਰੂ ਸਿੰਘ ਜੀ, ਜਿਵੇਂ ਤੁਹਾਡਾ ਹੁਕਮ। ਅੱਜ ਦੀ ਰਾਤ ਜਿਹੜੀ ਹੈ ਪੱਟੀ ਵੱਲ ਨੂੰ ਆਪਾਂ ਕੂਚ ਕਰਾਂਗੇ ਤੇ ਜਾ ਕੇ ਉਸ ਗਰੀਬ ਮਾਛੀ ਦੀ ਜਿਹੜੀ ਲੜਕੀ ਹੈ ਉਹਨੂੰ ਛੁਡਾ ਲਿਆਵਾਂਗੇ। ਭਾਈ ਤਾਰੂ ਸਿੰਘ ਜੀ ਨੇ 7 ਬਚਨ ਕਿਹਾ ਹੈ। ਘਰੇ ਗਏ ਨੇ, ਜਾ ਕੇ ਉਸ ਮਾਛੀ ਨੂੰ ਕਿਹਾ ਕਿ ਭਾਈ ਤੁਹਾਡੀ ਜਿਹੜੀ ਧੀ ਹੈ ਉਹਨੂੰ ਆਪਾਂ ਛੁਡਾ ਕੇ ਲੈ ਕੇ ਆਵਾਂਗੇ। ਅੱਜ ਰਾਤ ਨੂੰ ਖਾਲਸੇ ਆਉਣਗੇ ਤੇ ਆਪਾਂ ਉਹਨਾਂ ਦੇ ਨਾਲ ਜਾਣਾ ਹੈ ਤੇ ਤੁਸੀਂ ਆਪਣੀ ਧੀ ਨੂੰ ਪਛਾਣ ਕੇ ਤੇ ਆਪਾਂ ਉੱਥੋਂ ਉਹਨੂੰ ਲੈ ਆਵਾਂਗੇ ਚੁੱਕ ਕੇ। ਗਏ ਨੇ ਖਾਲਸੇ ਨਾਲ, ਜਾ ਕੇ ਪੱਟੀ ਜਾ ਕੇ ਰਾਤ ਬਰਾਤੇ ਹਮਲਾ ਕੀਤਾ ਹੈ ਖਾਲਸੇ ਨੇ। ਨਾਲ ਭਾਈ ਤਾਰੂ ਸਿੰਘ ਉਹ ਮਾਛੀ ਨੂੰ ਵੀ ਨਾਲ ਲੈ ਕੇ ਗਏ ਨੇ, ਤੇ ਮਾਛੀ ਨੇ ਆਪਣੀ ਧੀ ਨੂੰ ਪਛਾਣਿਆ, ਇਹਨੂੰ ਨਾਲ ਲਿਆ ਤੇ ਉੱਥੋਂ ਵਾਹੋ ਦਾਹੀ ਜਿਹੜਾ ਉੱਥੋਂ ਵਾਪਸ ਆ ਗਏ ਤੇ ਘਰ ਲਿਆ ਕੇ ਉਹਦੀ ਧੀ ਨੂੰ ਤੇ ਉਹਦੇ ਬਾਪ ਨੂੰ ਕੁਝ ਸਮਾਂ ਰੱਖਿਆ ਭਾਈ ਤਾਰੂ ਸਿੰਘ ਨੇ। ਉਪਰੰਤ ਫਿਰ ਉਸ ਧੀ ਨੂੰ ਜਿਹੜਾ ਹੈ ਖਾਲਸੇ ਵੱਲੋਂ ਕੁਝ ਧਨ ਦਿੱਤਾ ਗਿਆ ਸੀ ਲੁੱਟ ਮਾਰ ਦੇ ਵਿੱਚੋਂ। ਕੁਝ ਭਾਈ ਤਾਰੂ ਸਿੰਘ ਨੇ ਆਪਣੀ ਮਿਹਨਤ ਦੀ ਕਮਾਈ ਦਾ ਜਿਹੜਾ ਧਨ ਸੀ ਉਹ ਦੇ ਕੇ
उस लड़की ਨੂੰ ਆਪਣੀ ਭੈਣ ਬਣਾ ਕੇ ਉੱਥੋਂ ਵਿਦਾ ਕੀਤਾ ਤੇ ਨਾਲ ਹੀ ਕਿਹਾ ਕਿ ਇਹਦਾ ਜਾ ਕੇ ਜਦੋਂ ਤੁਸੀਂ ਨਿਕਾਹ ਕਰੋ ਇਹ ਖਾਲਸੇ ਵੱਲੋਂ ਤੁਹਾਨੂੰ ਭੇਟਾ ਦਿੱਤੀ ਗਈ ਹੈ। ਤੇ ਉਹ ਜਿਹੜਾ ਮਾਛੀ ਸੀ ਉਹਨੇ ਬੜਾ ਧੰਨਵਾਦ ਕੀਤਾ। ਉਹਨੇ ਕਿਹਾ ਕਿ ਵਾਕਈ ਤੁਸੀਂ ਫਰਿਸ਼ਤੇ ਹੋ ਇਸ ਸੰਸਾਰ ਦੇ ਉੱਤੇ ਆਏ ਹੋਏ। ਭਾਈ ਤਾਰੂ ਸਿੰਘ ਜੀ ਦੀਆਂ ਸਿਫਤਾਂ ਕਰਦਾ ਹੋਇਆ ਭਾਈ ਤਾਰੂ ਸਿੰਘ ਜੀ ਦੇ ਬਾਰੇ ਜਿਹੜਾ ਨਾ ਅਸੀਸਾਂ ਦਿੰਦਾ ਹੋਇਆ ਭਾਈ ਤਾਰੂ ਸਿੰਘ ਜੀ ਨੂੰ। ਤੇ ਦੋਵੇਂ ਧੀ ਤੇ ਪਿਤਾ ਜਿਹੜਾ ਹੈ ਉਹ ਉੱਥੋਂ ਰਵਾਨਾ ਹੁੰਦੇ ਆ, ਆਪਣੇ ਪਿੰਡ ਚਲੇ ਜਾਂਦੇ ਆ। ਉਪਰੰਤ ਫਿਰ ਇੱਧਰ ਪੱਟੀ ਦੇ ਹਾਕਮ ਦੇ ਉੱਤੇ ਕਿੰਨੇ ਹਮਲਾ ਕੀਤਾ ਹੈ ਇਹਦੀ ਹੁਣ ਜਾਂਚ ਵੀ ਚੱਲਣੀ ਸੀ। ਪਤਾ ਜਿਹੜਾ ਸੀ ਉਹ ਵੀ ਲੱਗਣਾ ਸੀ ਵੀ ਕਿੰਨੇ ਕੀਤਾ ਹੈ। ਰੌਲਾ ਪੈ ਗਿਆ ਹਰ ਪਾਸੇ ਕਿ ਪੱਟੀ ਦੇ ਜਿਹੜਾ ਹੈ ਹਾਕਮ ਉਹਦੇ ਉੱਤੇ ਕਿਸੇ ਨੇ ਹਮਲਾ ਕੀਤਾ। ਤੇ ਸਾਧ ਸੰਗਤ ਹੌਲੀ ਹੌਲੀ ਗੱਲ ਜਿਹੜੀ ਫੈਲਦੀ ਇੱਥੋਂ ਤੱਕ ਪਹੁੰਚ ਗਈ ਕਿ ਹਰ ਭਗਤ ਨਰੰਜਣੀਆ ਜਿਹੜਾ ਸੀ ਉਹਨੂੰ ਇਸ ਗੱਲ ਦਾ ਜਿਹੜਾ ਸੂਹ ਲੈਣ ਵਾਸਤੇ ਜ਼ਕਰੀਆ ਖਾਨ ਨੇ ਕਿਹਾ। ਤੇ ਜ਼ਕਰੀਆ ਖਾਨ ਨੇ ਉਹਨੂੰ ਕਿਹਾ ਕਿ ਭਾਈ ਜਾ ਕੇ ਤੂੰ ਸੂਹ ਲੈ ਵੀ ਕਿਹੜਾ ਬੰਦਾ ਹੈ ਜਿਹਨੇ ਪੱਟੀ ਦੇ ਹਾਕਮ ਦੇ ਉੱਤੇ ਇਹ ਹਮਲਾ ਜਿਹੜਾ ਕਰਵਾਇਆ, ਮੈਨੂੰ ਦੱਸ। ਤੇ ਫਿਰ ਉਸ ਤੋਂ ਬਾਅਦ ਉਹਨੇ ਹੋਰ ਵੀ ਗੱਲਾਂ ਕਹੀਆਂ। ਕਹਿੰਦਾ ਕਿ ਅਸੀਂ ਗੁਰਦੁਆਰੇ ਦੀ ਚੜਾਵਾ ਜਿਹੜਾ ਉਹ ਵੀ ਬੰਦ ਕਰ ਦਿੱਤਾ। ਇਹ ਗੁਰੂ ਦੇ ਸਿੱਖ ਇੰਨੇ ਭੁੱਖੇ ਮਾਰ ਦਿੱਤੇ ਅਸੀਂ, ਪਰ ਫਿਰ ਵੀ ਇਹ ਜਿਹੜੇ ਸਾਡੇ ਪੱਟੀ ਦੇ ਹਾਕਮ ਵਰਗਿਆਂ ਵੱਡਿਆਂ ਹਾਕਮਾਂ ਤੇ ਹਮਲੇ ਕਰਦੇ ਆ। ਅਸੀਂ ਗੁਰਦੁਆਰੇ ਦੀ ਜਿਹੜੇ ਆ ਉਹ ਚੜ੍ਹਤ ਵੀ ਬੰਦ ਕਰ ਦਿੱਤੀ ਆ। ਤੇ ਫੌਜੀ ਇਹਨਾਂ ਨੂੰ ਲੱਭਦੇ ਫਿਰਦੇ ਆ ਪਿੰਡਾਂ ਦੇ ਵਿੱਚ, ਥਾਵਾਂ ਦੇ ਵਿੱਚ, ਪਰ ਫਿਰ ਵੀ ਇਹ ਪਤਾ ਨਹੀਂ ਕਿਸ ਪ੍ਰਕਾਰ ਆ ਕੇ ਲੁੱਟ ਮਚਾ ਜਾਂਦੇ ਆ। ਤੇ ਤੂੰ ਇਹਦੇ ਕਾਰਨ ਛੂਹ ਲੈ ਵੀ ਕਿੰਨੇ ਪੱਟੀ ਦੇ ਹਾਕਮ ਦੇ ਉੱਤੇ ਉੱਥੇ ਜਾ ਕੇ ਹਮਲਾ ਕੀਤਾ ਪੱਟੀ ਦੇ ਉੱਤੇ। ਤੇ ਫਿਰ ਇਸ ਹਰ ਭਗਤ ਨਰੰਜਣੀਏ ਨੇ ਸੂਹ ਲਈ ਹੈ, ਪਤਾ ਲੱਗਾ ਇਹਨੂੰ। ਫਿਰ ਇਹਨੇ ਸਾਰੀ ਗੱਲ ਆਣ ਕੇ ਜ਼ਕਰੀਆ ਖਾਨ ਨੂੰ ਕੀ ਦੱਸੀ ਹੈ ਕਿ ਭਾਈ ਪੂਲੇ ਪਿੰਡ ਦਾ ਰਹਿਣ ਵਾਲਾ ਨੌਜਵਾਨ ਭਾਈ ਤਾਰੂ ਸਿੰਘ ਜਿਹੜਾ ਹੈ ਉਹਨੇ ਜਿਹੜਾ ਹਮਲਾ ਜਿਹੜਾ ਹੈ ਪੱਟੀ ਦੇ ਉੱਤੇ ਕਰਵਾਇਆ। ਉਹਨੇ ਕਿਹਾ ਹਰ ਭਗਤ ਨਰੰਜਣੀਏ ਜੋ ਫਿਰ ਕਹੀ ਪੂਲੋ ਪਿੰਡ ਇੱਕ ਮਾਝੇ ਅਹੀ ਤਾਰੂ ਸਿੰਘ ਤੈ ਖੇਤੀ ਕਰੈ ਸਾਤ ਪਿੰਡ ਵੈ ਹਾਲਾ ਭਰੈ ਦੇ ਹਾਕਮ ਕਛ ਥੋੜਾ ਖਾਵੇ ਬਚੇ ਸਿੰਘ ਕੇ ਪਾਸ ਪੁਚਾਵੇ ਹੈ ਉਸਕੇ ਇੱਕ ਭੈਣ ਅਰਮਾਈ ਪੀਸ ਕੂਟ ਵੈ ਕਰੇ ਕਮਾਈ। ਕਹਿੰਦਾ ਇੱਕ ਭੈਣ ਹੈ ਉਹਨਾਂ ਦੀ ਤੇ ਇੱਕ ਮਾਈ ਮਾਂ ਹੈ ਤੇ ਉਹ ਪੀਸਦੀਆਂ ਹਨ ਤੇ ਉਹ ਇਸੇ ਪ੍ਰਕਾਰ ਹੀ ਪ੍ਰਸ਼ਾਦਾ ਪਾਣੀ ਹਾਕਮ ਨੂੰ ਵੀ ਥੋੜਾ ਦਿੰਦੇ ਹਨ ਤੇ ਨਾਲ ਹੀ ਜਿਹੜੇ ਸਿੰਘ ਹਨ ਉਹਨਾਂ ਦੇ ਪਾਸ ਵੀ ਪਹੁੰਚਾਉਂਦੇ ਹਨ। ਆਪ ਖਾਏ ਵੈ ਰੁੱਖੀ ਮਿੱਸੀ ਮੋਟਾ ਪੈਰ ਆਪ ਰਹਿ ਲਿੱਸੀ। ਆਪ ਰੁੱਖੀ ਮਿੱਸੀ ਖਾਂਦੇ ਆ ਪਰ ਸਿੰਘਾਂ ਨੂੰ ਜਿਹੜਾ ਹੈ ਉਹ ਚੰਗਾ ਖਵਾਉਂਦੇ ਆ। ਜੋ ਬਚੇ ਸੋ ਸਿੰਘਣ ਦੇਵੈ ਓਏ ਬਿਨ ਸਿੰਘਣ ਔਰ ਨਾ ਸੇਵੈ। ਕਹਿੰਦੇ ਸਿੰਘਾਂ ਤੋਂ ਬਿਨਾਂ ਉਹਦਾ ਕਿਸੇ ਪ੍ਰਕਾਰ ਦਾ ਹੋਰ ਕਿਸੇ ਨਾਲ ਕੋਈ ਨਾਤਾ ਨਹੀਂ ਹੈ। ਬਾਂਗ ਸਲਾਤ ਸੁਨ ਮੁੰਦੇ ਕਾਨ ਰੋਟ ਸ਼ੀਰਨ ਪੀਰ ਨਾ ਖਾਨ ਸ਼ਬਦ ਚੌਂਕੀ ਗੁਰ ਆਪਣੇ ਕੀ ਕਰੇ ਸੋ ਮਰਨੇ ਤੇ ਨੈਕ ਨਾ ਡਰੇ। ਕਹਿੰਦਾ ਉਹ ਆਪਣੇ ਗੁਰੂ ਦੀ ਸੁਣਦੇ ਆ ਔਰ ਕਿਸੇ ਪ੍ਰਕਾਰ ਦੀ ਕੋਈ ਬਾਂਗ ਕੁਛ ਵੀ ਨਹੀਂ ਸੁਣਦਾ ਭਾਈ ਤਾਰੂ ਸਿੰਘ, ਤੇ ਆਪਣੇ ਗੁਰੂ ਦੀ ਸ਼ਬਦ ਚੌਂਕੀ ਕਰਦਾ ਹੈ ਤੇ ਮਰਨ ਤੋਂ ਡਰਦਾ ਨਹੀਂ। ਇਸ ਪ੍ਰਕਾਰ ਹਰ ਭਗਤ ਨਰੰਜਣੀ ਨੇ ਇੱਕ ਤੇ ਇਹ ਛੂਹ ਦਿੱਤੀ ਹੈ ਤੇ ਨਾਲ ਹੀ ਇਹ ਛੂਹ ਦਿੱਤੀ ਹੈ ਕਿ ਜਿਹੜਾ ਮਹਿਤਾਬ ਸਿੰਘ ਮੀਰਾ ਕੋਟੀਆ ਹੈ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਉਹ ਵੀ ਮੀਰਾਕੋਟ ਪਿੰਡ ਦੇ ਵਿੱਚ ਆਇਆ ਹੋਇਆ ਹੈ ਪਿਛਲੇ ਦਿਨਾਂ ਤੋਂ। ਤੇ ਉਹ ਆਪਣੇ ਰਾਤ ਬਰਾਤੇ ਸਮਾਂ ਕੱਢ ਕੇ ਜਿਹੜਾ ਹੈ ਉਹ ਕਿਤੇ ਨਾ ਕਿਤੇ ਫਿਰ ਵਾਪਸ ਆਣ ਕੇ ਆਪਣੇ ਘਰ ਆਉਂਦਾ ਹੈ ਮੀਰਾਕੋਟ ਤੇ ਫਿਰ ਜਾ ਕੇ ਉਹ ਜੰਗਲਾਂ ਦੇ ਵਿੱਚ ਲੁਕ ਜਾਂਦਾ। ਕਹਿੰਦਾ ਔਰ ਦੂਸਰੋ ਮਹਿਤਾਬ ਸਿੰਘ ਨਾਮ ਮੀਰਾਕੋਟ ਤਾਸ ਕੋ ਗ੍ਰਾਮ ਜਿਸ ਦਿਨ ਤੇ ਉਨ ਮਾਰਿਓ ਮੱਸਾ ਛੋਟ ਪਿੰਡ ਵੈ ਝਲ ਮੈਂ ਨੱਸਾ ਕਦੇ ਨੇੜੇ ਕਦੇ ਜਾਵੇ ਦੂਰ ਲੂਟ ਕੂਟ ਦੇ ਸਿੰਘਣ ਹਜੂਰ ਬੀਜ ਪਸਾਸ ਰਹੇ ਉਸ ਸਾਥ ਲੋਕਣ ਕੋ ਵਹਿ ਲਾਵੇ ਹਾਥ ਕਿਸੇ ਮੰਗੈ ਕਿਸ ਦਇ ਲਈ ਡਰਾਏ ਲੋਕਣ ਪਰ ਕਰ ਲਈ ਠਹਿਰਾਏ ਜੋ ਉਸਕੀ ਨ ਕਰ ਠਹਿਰਾਏ ਦੇਵੇ ਉਸ ਉਹ ਅਗਨ ਲਗਾਏ। ਕਹਿੰਦੇ ਇਸ ਪ੍ਰਕਾਰ ਇਹ ਜਿਹੜਾ ਦੂਸਰਾ ਨਾਮ ਹੈ ਮਹਿਤਾਬ ਸਿੰਘ, ਇਹ ਤੇ ਭਾਈ ਤਾਰੂ ਸਿੰਘ ਜਿਹੜੇ ਹਨ ਇਹ ਦੋਵੇਂ ਜਾਣੇ ਇਸ ਸਮੇਂ ਖੱਲਰ ਪਾ ਰਹੇ ਆ ਸਾਡੇ ਇਸ ਰਾਜ ਦੇ ਵਿੱਚ। ਤਾਰੂ ਸਿੰਘ ਜਿਹੜਾ ਹੈ ਉਹ ਖਾਲਸੇ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ ਤੇ ਇਹਦੇ ਅਧੀਨ ਹੀ ਇਹ ਸਾਰੀ ਕਾਰਵਾਈ ਪੱਟੀ ਦੇ ਹਾਕਮ ਦੇ ਉੱਤੇ ਕੀਤੀ ਗਈ ਹੈ। ਤੇ ਇਹ ਜਿਹੜਾ ਤਾਰੂ ਸਿੰਘ ਹੈ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਦੂਸਰਾ ਮਹਿਤਾਬ ਸਿੰਘ ਮੀਰਾ ਕੋਟੀਆ ਜਿਹੜਾ ਹੈ ਆਪਣੇ ਨਾਲ 50 ਬੰਦੇ ਰੱਖਦਾ ਹੈ ਤੇ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਉਹ ਵੀ ਸਵੇਰ ਵੇਲੇ ਝਾੜੀਆਂ 'ਚ ਲੁਕ ਜਾਂਦਾ ਹੈ ਤੇ ਫਿਰ ਸ਼ਾਮਾਂ ਨੂੰ ਆਣ ਕੇ ਹੱਲਾ ਕਰਦੇ ਨੇ ਸਿੰਘ ਤੇ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ।
ਫਿਰ ਜ਼ਕਰੀਆ ਖਾਨ ਨੇ ਦੋਵੇਂ ਪਾਸੇ ਫੌਜ ਭੇਜੀ, ਇੱਕ ਫੌਜ ਭੇਜੀ ਹੈ ਮੀਰਾਕੋਟ ਨੂੰ, ਉਹਦੇ ਨਾਲ ਕੁਝ ਕੁ ਜਿਹੜੇ ਫੌਜ ਦੇ ਬੰਦੇ ਭੇਜੇ ਆ ਵੱਧ, ਕਿਉਂਕਿ ਉੱਥੇ ਜੰਗਜੀ ਸਿੰਘ ਸਨ ਜੰਗ ਕਰਨ ਵਾਲੇ, ਤੇ ਇੱਧਰ ਭਾਈ ਤਾਰੂ ਸਿੰਘ ਨੂੰ ਫੜਨ ਵਾਲੇ ਵਾਸਤੇ 30 ਕੁ ਜਾਣਿਆਂ ਦੀ ਫੌਜ ਜਿਹੜੀ ਹੈ ਉਹ ਪੂਲੇ ਪਿੰਡ ਨੂੰ ਰਵਾਨਾ ਕੀਤੀ ਹੈ। ਤੇ ਭਾਈ ਤਾਰੂ ਸਿੰਘ ਨੂੰ ਆਣ ਕੇ ਜਿਹੜਾ ਹੈ ਉਹ ਇਸ ਜਿਹੜੀ ਫੌਜ ਆਈ ਹੈ ਇਹਨੇ ਆਣ ਕੇ ਭਾਈ ਤਾਰੂ ਸਿੰਘ ਨੂੰ ਫੜ ਲਿਆ ਹੈ। ਕਹਿੰਦੇ ਨੇ ਕਿ ਭਾਈ ਤਾਰੂ ਸਿੰਘ ਉਸ ਸਮੇਂ ਖੇਤਾਂ ਦੇ ਵਿੱਚ ਸਨ, ਇਹਨਾਂ ਦੇ ਘਰੇ ਆਏ ਹੈ, ਆਣ ਕੇ ਇਹਨਾਂ ਦੀ ਮਾਤਾ ਨੂੰ ਪੁੱਛਿਆ ਹੈ ਕਿ ਤਾਰੂ ਸਿੰਘ ਕਿੱਥੇ ਆ, ਤੇ ਅੱਗੇ ਮਾਂ ਨੇ ਬੜਾ ਪਿਆਰਾ ਜਵਾਬ ਦਿੱਤਾ ਹੈ। ਕਹਿੰਦੀ ਹੈ ਕਿ ਪੁੱਤਰ ਪਹਿਲੋਂ ਪ੍ਰਸ਼ਾਦਾ ਪਾਣੀ ਛਕੋ, ਤੁਸੀਂ ਦੂਰ ਤੋਂ ਆਏ ਹੋ, ਕੋਈ ਗੱਲ ਨਹੀਂ, ਤਾਰੂ ਸਿੰਘ ਆਉਂਦਾ ਹੈ ਘਰ ਤੇ ਫਿਰ ਉਹਨੇ ਨਾਲ ਤੁਸੀਂ ਗੱਲਬਾਤ ਕਰ ਲੈਣਾ। ਦੇਖੋ ਉਹ ਮਾਂ ਜਿਹਨੂੰ ਪਤਾ ਹੈ ਕਿ ਤਾਰੂ ਸਿੰਘ ਨੂੰ ਫੜਨ ਵਾਸਤੇ ਆਏ ਆ ਤੇ ਇਹਨਾਂ ਨੇ ਮੇਰਾ ਪੁੱਤਰ ਕਤਲ ਕਰ ਦੇਣਾ, ਪਰ ਫਿਰ ਵੀ ਉਸ ਮਾਈ ਦੇ ਮਨ ਦੇ ਵਿੱਚ ਕਿੰਨਾ ਪਿਆਰ ਹੈ। ਕਹਿੰਦੀ ਪੁੱਤਰ ਦੂਰੋਂ ਚੱਲ ਕੇ ਆਇਓ, ਪਹਿਲਾਂ ਪ੍ਰਸ਼ਾਦਾ ਪਾਣੀ ਛਕੋ, ਜਦੋਂ ਤਾਰੂ ਸਿੰਘ ਆ ਗਿਆ ਅਸੀਂ ਮਿਲਾ ਦੇਵਾਂਗੇ। ਪਰ ਉਹ ਬੜੇ ਗੁੱਸੇ ਦੇ ਵਿੱਚ ਆਏ, ਕਹਿੰਦੇ ਸਾਨੂੰ ਹੁਣੇ ਤਾਰੂ ਸਿੰਘ ਜਿਹੜਾ ਚਾਹੀਦਾ। ਉਹਨਾਂ ਨੇ ਉਸੇ ਵੇਲੇ ਪਿੰਡ ਦਾ ਜਿਹੜਾ ਚੌਧਰੀ ਹੈ ਕਹਿ ਲਓ, ਜਾਂ ਪਿੰਡ ਦਾ ਸਰਪੰਚ ਹੈ ਉਸ ਸਮੇਂ ਦਾ, ਉਹਨੂੰ ਬੁਲਾਇਆ। ਉਹਨੂੰ ਬੁਲਾ ਕੇ ਬੜੀ ਸਖਤੀ ਦੇ ਨਾਲ ਕਿਹਾ ਕਿ ਤੂੰ ਸਾਨੂੰ ਤਾਰੂ ਸਿੰਘ ਸਾਡੇ ਹਵਾਲੇ ਕਰ ਦੇ, ਨਹੀਂ ਤੇ ਅਸੀਂ ਤੁਹਾਡਾ ਸਾਰਾ ਪਿੰਡ ਜਿਹੜਾ ਉਜਾੜ ਕੇ ਰੱਖ ਦਾਂਗੇ। ਤੇ ਉਹ ਸਰਪੰਚ ਕਹਿੰਦਾ ਕਿ ਭਾਈ ਤਾਰੂ ਸਿੰਘ ਜਿਹੜਾ ਬੜਾ ਪਿਆਰਾ ਹੈ, ਬੜਾ ਨੌਜਵਾਨ ਹੈ, ਉਹਦਾ ਕਿਸੇ ਪ੍ਰਕਾਰ ਦਾ ਕੋਈ ਜ਼ੁਲਮ ਨਹੀਂ ਹੈ, ਤੇ ਤੁਸੀਂ ਉਹਨੂੰ ਜਿਹੜਾ ਗ੍ਰਿਫਤਾਰ ਨਾ ਕਰੋ। ਕਹਿੰਦੇ ਆ ਕਿ ਫਿਰ ਤਾਰੂ ਸਿੰਘ ਗ੍ਰਿਫਤਾਰ ਜਿਹੜਾ ਤੇ ਕੀ ਹੋਣਾ ਸੀ, ਉਹ ਤੇ ਖੇਤਾਂ ਵੱਲ ਨੂੰ ਗਏ ਸਨ, ਤੇ ਇਹਨਾਂ ਦੀ ਭੈਣ ਤਾਰ ਕੌਰ ਨੂੰ ਘਰੋਂ ਗ੍ਰਿਫਤਾਰ ਕਰਕੇ ਹੱਥ ਘੜੀਆਂ ਬੰਨ ਕੇ ਤੇ ਪੰਚਾਇਤ ਦੇ ਵਿੱਚ ਲੈ ਆਂਦਾ ਗਿਆ। ਤੇ ਭੈਣ ਤਾਰ ਕੌਰ ਨੂੰ ਸਾਰੇ ਪਿੰਡ ਨੇ ਦੇਖਿਆ, ਤੇ ਸਾਰੇ ਪਿੰਡ ਨੇ ਦੇਖ ਕੇ ਕਿਹਾ ਕਿ ਇਹ ਤੇ ਬਹੁਤ ਮਾੜੀ ਗੱਲ ਹੈ, ਸਾਡੇ ਪਿੰਡ ਦੀ ਧੀ ਭੈਣ ਨੂੰ ਕੋਈ ਜਿਹੜਾ ਇਸ ਪ੍ਰਕਾਰ ਗ੍ਰਿਫਤਾਰ ਕਰਕੇ ਲੈ ਜਾਵੇ, ਅਸੀਂ ਚੰਗਾ ਨਹੀਂ ਸਮਝਾਂਗੇ। ਹਾਕਮਾਂ ਨੂੰ ਉਹਨਾਂ ਡਰਾਵਾ ਵੀ ਦਿੱਤਾ ਕਿ ਜੇ ਤੁਸੀਂ ਸਾਡੀ ਇਸ ਭੈਣ, ਇਸ ਤਾਰ ਕੌਰ ਸਿਰਫ ਤਾਰੂ ਸਿੰਘ ਦੀ ਭੈਣ ਨਹੀਂ, ਇਹ ਸਾਡੀ ਆਪਣੀ ਭੈਣ ਹੈ, ਜੇ ਤੁਸੀਂ ਇਹਨੂੰ ਗ੍ਰਿਫਤਾਰ ਕਰੋਗੇ ਤੇ ਅਸੀਂ ਤੁਹਾਡੇ ਬਰਖਲਾਫ ਹਾਂ। ਤਾਰੂ ਸਿੰਘ ਨੂੰ ਅਸੀਂ ਸੁਨੇਹਾ ਭੇਜ ਦਿੱਤਾ ਹੈ ਖੇਤਾਂ ਦੇ ਵਿੱਚ, ਤਾਰੂ ਸਿੰਘ ਆ ਜਾਵੇਗਾ ਤੇ ਉਹਨੂੰ ਤੁਸੀਂ ਗ੍ਰਿਫਤਾਰ ਕਰ ਲੈਣਾ। ਫਿਰ ਭੈਣ ਤਾਰ ਕੌਰ ਨੂੰ ਛੁਡਾ ਦਿੱਤਾ ਹੈ। ਜਿਹੜੇ ਮੋਹਤਬਾਰ ਹਨ ਜਿੰਨੇ ਵੀ ਪਿੰਡ ਦੇ, ਉਹਨਾਂ ਨੇ ਨੰਬਰਦਾਰਾਂ ਪੰਚਾਂ ਨੇ ਛੁਡਾ ਦਿੱਤਾ ਹੈ। ਤੇ ਇੱਧਰ ਭਾਈ ਤਾਰੂ ਸਿੰਘ ਜਿਹੜੇ ਹਨ ਉਹ ਆ ਗਏ ਨੇ, ਭਾਈ ਤਾਰੂ ਸਿੰਘ ਉਹਨਾਂ ਨੂੰ ਹੱਥ ਕੜੀ ਲਾ ਦਿੱਤੀ। ਸਾਰੇ ਪਿੰਡ ਨੇ ਭਾਈ ਤਾਰੂ ਸਿੰਘ ਜੀ ਨੂੰ ਬੜੀਆਂ ਨਮ ਅੱਖਾਂ ਦੇ ਨਾਲ ਅਥਰੂ ਭਰ ਕੇ ਜਿਹੜਾ ਹੈ ਉਹ ਆਪਣੇ ਪਿੰਡ ਤੋਂ ਤੋਰਿਆ ਹੈ। ਇੱਥੋਂ ਤੱਕ ਕਹਿੰਦੇ ਪਿੰਡ ਦਾ ਸਰਪੰਚ ਜਿਹੜਾ ਸੀ ਉਹ ਵੀ ਉਸ ਸਮੇਂ ਰੋਣ ਲੱਗ ਗਿਆ ਸੀ ਜਦੋਂ ਭਾਈ ਤਾਰੂ ਸਿੰਘ ਜੀ ਇੱਥੋਂ ਚੱਲਣ ਲੱਗੇ ਆ। ਭਾਈ ਤਾਰੂ ਸਿੰਘ ਜੀ ਨੂੰ ਇਹਨਾਂ ਨੇ ਫੜਿਆ ਤੇ ਇੱਥੋਂ ਚੱਲਦੇ ਚੱਲਦੇ ਲਾਹੌਰ ਨੂੰ ਚੱਲ ਪਏ। ਰਸਤੇ 'ਚ ਸ਼ਾਮ ਹੋ ਗਈ, ਰਾਤ ਪਈ, ਪਿੰਡ ਪੜਾਣਾ ਆਉਂਦਾ ਰਸਤੇ 'ਚ। ਪਿੰਡ ਪੜਾਣੇ ਵਿਖੇ ਡੇਰਾ ਕੀਤਾ ਹੈ ਤੇ ਪਿੰਡ ਪੜਾਣੇ ਦੇ ਜਿਹੜੇ ਚੌਧਰੀ ਹਨ ਉਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਰੁਕਣ ਦਾ ਪ੍ਰਬੰਧ ਕੀਤਾ। ਭਾਈ ਤਾਰੂ ਸਿੰਘ ਨੂੰ ਹੱਥ ਘੜੀਆਂ ਲਾਈਆਂ, ਪਿੰਡ ਦੇ ਲੋਕ ਆਏ ਨੇ, ਵੇਖਿਆ ਹੈ ਕਿ ਇਹ ਤੇ ਪੂਲੇ ਪਿੰਡ ਦੇ ਰਹਿਣ ਵਾਲੇ ਭਾਈ ਤਾਰੂ ਸਿੰਘ ਨੌਜਵਾਨ ਹਨ, ਜਿਹੜੇ ਬੜੇ ਪਿਆਰ ਵਾਲੇ ਹਨ। ਪਿੰਡ ਵਾਲਿਆਂ ਨੇ, ਪੜਾਣੇ ਪਿੰਡ ਦੇ ਜਿਹੜੇ ਵੀ ਸਨ ਲੋਕ, ਉਹਨਾਂ ਨੇ ਭਾਈ ਤਾਰੂ ਸਿੰਘ ਨਾਲ ਬੜੀ ਹਮਦਰਦੀ ਸੀ। ਉਹਨਾਂ ਨੇ ਭਾਈ ਤਾਰੂ ਸਿੰਘ ਨਾਲ ਗੁਰਮਤਾ ਆ ਕੇ ਕੀਤਾ, ਪਹਿਲੋਂ ਆਪ ਕੀਤਾ ਕਿ ਭਾਈ ਤਾਰੂ ਸਿੰਘ ਨੂੰ ਛੁਡਾ ਲਿਆ ਜਾਵੇ। ਉਹਨਾਂ ਦੇ ਵਿੱਚੋਂ ਇੱਕ ਜਣਾ ਆਇਆ, ਉਹਨੇ ਆਣ ਕੇ ਕਿਹਾ ਭਾਈ ਤਾਰੂ ਸਿੰਘ ਜੀ, ਅਸੀਂ ਇਸ ਪ੍ਰਕਾਰ ਤੁਹਾਨੂੰ ਛੁਡਾਉਣ ਦੇ ਵਾਸਤੇ ਆਏ ਹਾਂ, ਤੇ ਅਸੀਂ ਇਹ ਜਿਹੜੇ 30 ਸਿਪਾਹੀ ਆ ਗਏ ਆ ਇਹਨਾਂ ਨੂੰ ਅਸੀਂ ਮਾਰ ਦੇਵਾਂਗੇ ਤੇ ਤੁਹਾਨੂੰ ਅਸੀਂ ਛੁਡਾ ਲਵਾਂਗੇ। ਭਾਈ ਤਾਰੂ ਸਿੰਘ ਸਿਆਣੇ ਸਨ, ਕੂਟਨੀਤੀ ਵਾਲੇ, ਉਹਨਾਂ ਨੇ ਕਿਹਾ ਕਿ ਨਾ ਭਾਈ ਤੁਸੀਂ ਇਸ ਪ੍ਰਕਾਰ ਨਹੀਂ ਕਰਨਾ, ਕਿਉਂਕਿ ਤੁਸੀਂ ਜੇ ਇਸ ਪ੍ਰਕਾਰ ਕਰੋਗੇ ਤੁਹਾਡੇ ਪਿੰਡ ਤੇ ਬੜੀ ਵੱਡੀ ਵਿਪਤਾ ਆ ਜਾਣੀ ਹੈ। ਅਸੀਂ ਸ਼ਹੀਦ ਹੋਣਾ ਮੰਨ ਲਿਆ ਹੈ ਤੇ ਅਸੀਂ ਇੱਥੋਂ ਜਾਵਾਂਗੇ, ਤੁਸੀਂ ਕੋਈ ਨਹੀਂ, ਗੁਰੂ ਤੁਹਾਡਾ ਭਲਾ ਕਰੇ, ਤੁਸੀਂ ਜਿਹੜਾ ਮੈਨੂੰ ਜਲ ਪਾਣੀ ਛਕਾਇਆ ਹੈ ਤੇ ਬਹੁਤ ਤੁਹਾਡਾ ਧੰਨਵਾਦ। ਭਾਈ ਤਾਰੂ ਸਿੰਘ ਜੀ ਨੇ ਕਹਿ ਕੇ ਮੋੜ ਦਿੱਤਾ। ਤੇ ਫਿਰ ਵੀ ਪਿੰਡ ਵਾਲਿਆਂ ਨੇ ਕਿਹਾ ਅਸੀਂ ਪੈਸੇ ਇਕੱਠੇ ਕਰਕੇ ਦੇ ਦਿੰਦੇ ਹਾਂ ਤੇ ਭਾਈ ਤਾਰੂ ਸਿੰਘ ਨੂੰ ਛੁਡਾ ਲਿਆ ਜਾਵੇ। ਪਰ ਭਾਈ ਤਾਰੂ ਸਿੰਘ ਜੀ ਇਸ ਗੱਲ ਤੇ ਵੀ ਅੜੇ ਰਹੇ ਕਿ ਨਹੀਂ, ਅਸੀਂ ਹੁਣ ਲਾਹੌਰ ਜਾਣਾ। ਅੰਤ ਸਵੇਰ ਹੁੰਦੀ ਹੈ, ਭਾਈ ਤਾਰੂ ਸਿੰਘ ਨੂੰ ਪੜਾਣੇ ਪਿੰਡ ਤੋਂ, ਪੂਲੇ ਤੋਂ ਪੜਾਣਾ ਤੇ ਪੜਾਣੇ ਪਿੰਡ ਤੋਂ ਸਿੱਧਾ ਲਾਹੌਰ ਪਹੁੰਚਾਇਆ ਜਾਂਦਾ ਹੈ। ਤੇ ਲਾਹੌਰ ਲਿਆ ਕੇ ਭਾਈ ਤਾਰੂ ਸਿੰਘ ਨੂੰ ਸਭ ਤੋਂ ਪਹਿਲਾਂ ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਤੁਸੀਂ, ਜ਼ਕਰੀਆ ਖਾਨ ਇਲਜ਼ਾਮ ਲਾਉਂਦਾ ਹੈ ਕਿ ਤੁਸੀਂ ਪੱਟੀ ਦੇ ਹਾਕਮ ਦੇ ਉੱਪਰ ਹਮਲਾ ਕੀਤਾ। ਭਾਈ ਤਾਰੂ ਸਿੰਘ ਕਹਿੰਦੇ ਹਾਂ ਕੀਤਾ ਹੈ, ਉਹਨੇ ਇੱਕ ਗਰੀਬ ਮਾਛੀ ਦੀ ਲੜਕੀ ਨੂੰ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਸੀ, ਉਹਦੇ ਧੱਕੇ ਦੇ ਨਾਲ ਨਿਕਾਹ ਕਰਾਉਣਾ ਚਾਹੁੰਦਾ ਸੀ, ਉਹਨੂੰ ਅਸੀਂ ਛਡਵਾਇਆ। ਉਹ ਮੁਕੱਦਮਾ ਦਾਇਰ ਕੀਤਾ ਗਿਆ। ਫਿਰ ਉਸ ਤੋਂ ਬਾਅਦ
ਭਾਈ ਤਾਰੂ ਸਿੰਘ ਨੂੰ ਕਿਹਾ ਗਿਆ ਕਿ ਠੀਕ ਹੈ, ਤੂੰ ਨੌਜਵਾਨ ਹੈ, ਤੈਨੂੰ ਛੱਡ ਦਿੱਤਾ ਜਾਵੇਗਾ, ਪਰ ਤੂੰ ਇੱਕ ਗੱਲ ਯਾਦ ਰੱਖ ਕਿ ਤੈਨੂੰ ਛੱਡਿਆ ਤਾਂ ਜਾਵੇਗਾ ਜੇ ਤੂੰ ਇਸਲਾਮ ਕਬੂਲ ਕਰ ਲਾ। ਤੇ ਅੱਗਿਓਂ ਭਾਈ ਤਾਰੂ ਸਿੰਘ ਨੇ ਕਿਹਾ ਹੈ ਕਿ ਭਾਈ ਮੈਨੂੰ ਇਹ ਗੱਲ ਦੱਸ, ਮੈਂ ਇਸਲਾਮ ਕਬੂਲ ਕਰ ਲਵਾਂਗਾ ਤੇ ਕੀ ਮੈਨੂੰ ਮੌਤ ਨਹੀਂ ਆਵੇਗੀ? ਤੇ ਉਹਨੇ ਕਿਹਾ ਮੌਤ ਆਉਣੀ ਹੈ। ਜ਼ਕਰੀਆ ਖਾਨ ਨੇ ਕਿਹਾ, ਕਹਿੰਦਾ ਸਿੰਘ ਕਹਿਓ ਹਮ ਡਰ ਕਿਆ ਜਾਨੋ, ਹਮ ਹੋਵੇ ਕਿ ਮੁਸਲਮਾਨੋ, ਮੁਸਲਮਾਨ ਕਰ ਮਰੋ ਕਿ ਨਾਹੀ, ਜੋ ਫਿਰ ਮਰੋ ਕਿਸ ਧਰਮ ਗਵਾਈ। ਕਹਿੰਦੇ ਜੇ ਮਰਨਾ ਹੀ ਹੈ ਮੁਸਲਮਾਨ ਬਣ ਕੇ, ਕੀ ਮੈਂ ਮੁਸਲਮਾਨ ਬਣ ਕੇ ਮਰਾਂਗਾ ਨਹੀਂ? ਤੇ ਜੇ ਮਰਨਾ ਹੀ ਹੈ ਤੇ ਫਿਰ ਧਰਮ ਕਿਉਂ ਛੱਡਾਂ? ਚਾਹੀਏ ਨਵਾਬ ਤੇ ਧਰਮ ਰਖਾਇਆ, ਕੇਸੀ ਸਾਸੀ ਨਿਭੋ ਕਰਾਇਆ। ਕਹਿੰਦੇ ਮੈਂ ਤੇ ਹੁਣ ਜੋ ਜਾਣਿਆ ਹੈ ਉਹ ਜਾਣਿਆ ਹੈ, ਮੈਂ ਸੀਸ ਦੇ ਦੇਵਾਂਗਾ, ਪਰ ਮੈਂ ਕਿਸੇ ਪ੍ਰਕਾਰ ਜਿਹੜਾ ਹੈ ਇਸਲਾਮ ਕਬੂਲ ਕਰਨ ਲਈ ਤਿਆਰ ਨਹੀਂ। ਫਿਰ ਉਸ ਤੋਂ ਬਾਅਦ ਭਾਈ ਸਾਹਿਬ ਨੂੰ ਪਹਿਲਾਂ ਚਰਖੜੀ ਤੇ ਚਾੜਿਆ ਗਿਆ ਹੈ, ਭਾਈ ਤਾਰੂ ਸਿੰਘ ਨੂੰ। ਫਿਰ ਭਾਈ ਤਾਰੂ ਸਿੰਘ ਨੂੰ ਜਿਹੜਾ ਹੈ ਉਹ ਕੈਦ ਕਰ ਲਿਆ ਗਿਆ। ਕੈਦ ਕਰਨ ਤੋਂ ਬਾਅਦ ਇੱਧਰ ਭਾਈ ਮਹਿਤਾਬ ਸਿੰਘ ਜਿਹੜੇ ਹਨ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਹੈ। ਇਹਨਾਂ ਦੇ ਨਾਲ ਸਰਦਾਰ ਦਇਆਲ ਸਿੰਘ ਤੇ ਗਰਜਾ ਸਿੰਘ ਜਿਹੜੇ ਹਨ ਉਹ ਵੀ ਗ੍ਰਿਫਤਾਰ ਕਰਕੇ ਲਿਆਂਦੇ ਗਏ ਤੇ ਮੱਸੇ ਦੇ ਕਾਤਲ ਇਹਨਾਂ ਦੇ ਉੱਤੇ ਜਿਹੜਾ ਹੈ ਉਹ ਪਾਇਆ ਗਿਆ ਮੁਕੱਦਮਾ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਮੌਤ ਜਾਂ ਇਸਲਾਮ ਦੀ ਸਜ਼ਾ ਸੁਣਾਈ ਗਈ ਹੈ। ਤੇ ਉਸ ਤੋਂ ਬਾਅਦ ਜਿਹੜੇ ਕਹਿੰਦੇ ਪੈਦਾ ਹੀ ਸ਼ਹੀਦ ਹੋਣ ਵਾਸਤੇ ਹੋਏ ਹੋਣ ਉਹ ਫਿਰ ਪਿੱਛੇ ਨਹੀਂ ਹਟਦੇ। ਮਹਿਤਾਬ ਸਿੰਘ ਉਹਨਾਂ ਨੂੰ ਚਰਖੜੀ ਤੇ ਚੜਾ ਕੇ ਸ਼ਹੀਦ ਕਰ ਦਿੱਤਾ ਗਿਆ ਹੈ। ਫਿਰ ਸਰਦਾਰ ਦਿਆਲ ਸਿੰਘ ਜਿਹੜੇ ਸਹਿਸਿਰੇ ਵਾਲੇ, ਇਹਨਾਂ ਨੂੰ ਵੀ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ। ਸਰਦਾਰ ਗਰਜਾ ਸਿੰਘ ਨੂੰ ਸੂਲੀ ਤੇ ਚੜਾਇਆ ਗਿਆ ਤੇ ਇਹ ਸਾਰਾ ਕੁਝ ਭਾਈ ਤਾਰੂ ਸਿੰਘ ਜੀ ਦੀਆਂ ਅੱਖਾਂ ਦੇ ਸਾਹਮਣੇ ਕੀਤਾ ਗਿਆ ਹੈ। ਸਾਰਾ ਕੁਝ ਭਾਈ ਤਾਰੂ ਸਿੰਘ ਸਾਹਮਣੇ ਦੇਖਦੇ ਪਏ ਨੇ। ਚਰਖੜੀ ਤੇ ਚੜਾਇਆ ਗਿਆ ਭਾਈ ਤਾਰੂ ਸਿੰਘ ਨੂੰ, ਪਰ ਸਰੀਰ ਇਹਨਾਂ ਦਾ ਜ਼ਖਮੀ ਹੋ ਗਿਆ ਹੈ, ਪਰ ਇਹ ਦੇਹਾਂਤ ਨਹੀਂ ਸੀ ਹੋਇਆ, ਸ਼ਹੀਦੀ ਨਹੀਂ ਸੀ ਹੋਈ। ਤੇ ਇਹ ਸਾਰਾ ਕੁਝ ਇਹਨਾਂ ਦੀ ਅੱਖਾਂ ਦੇ ਸਾਹਮਣੇ ਹੋਇਆ। ਭਾਈ ਮਹਿਤਾਬ ਸਿੰਘ ਨੂੰ ਵੀ ਸ਼ਹੀਦ ਕੀਤਾ ਗਿਆ, ਦਿਆਲ ਸਿੰਘ ਗਰਜਾ ਸਿੰਘ ਨੂੰ ਸ਼ਹੀਦ ਕੀਤਾ ਗਿਆ। ਫਿਰ ਕੁਝ ਸਮੇਂ ਪਿੱਛੋਂ ਭਾਈ ਤਾਰੂ ਸਿੰਘ ਦੀ ਜਿਹੜੀ ਫਿਰ ਪੇਸ਼ੀ ਹੋਈ ਹੈ। ਹੁਣ ਭਾਈ ਤਾਰੂ ਸਿੰਘ ਅੰਦਰ ਰੋਹਬ ਜਾਗਿਆ ਹੈ, ਕਿਉਂਕਿ ਭਰਾਵਾਂ ਦਾ ਸਾਹਮਣੇ ਅੱਖਾਂ ਦੇ ਸਾਹਮਣੇ ਭਾਈ ਤਾਰੂ ਸਿੰਘ ਜੀ ਦੇ ਸਾਹਮਣੇ ਅੱਖਾਂ ਦੇ ਜਿਹੜਾ ਹੈ ਉਹ ਭਾਈ ਤਾਰੂ ਸਿੰਘ ਜੀ ਦੇ ਭਰਾਵਾਂ ਨੂੰ ਕਤਲ ਕੀਤਾ ਗਿਆ, ਸ਼ਹੀਦ ਕੀਤਾ ਗਿਆ। ਭਰਾ ਸਨ ਸਿੱਖ ਭਰਾ, ਬੜਾ ਜੋਸ਼ ਆਇਆ ਹੈ। ਤੇ ਭਾਈ ਤਾਰੂ ਸਿੰਘ ਨੇ ਕਿਹਾ ਜੋ ਮਰਜ਼ੀ ਕਰ ਲਾ ਨਵਾਬ ਜ਼ਕਰੀਆ ਖਾਨ, ਮੈਂ ਇਹ ਸਿੱਖੀ ਤਿਆਗਣ ਲਈ ਤਿਆਰ ਨਹੀਂ ਹੈ। ਫਿਰ ਗੜਕ ਕੇ ਕਹਿੰਦਾ ਹੈ ਨਵਾਬ ਜ਼ਕਰੀਆ ਖਾਨ, ਕਹਿੰਦਾ ਕਿ ਜੇ ਤੂੰ ਸਿੱਖੀ ਨਹੀਂ ਕਬੂਲ ਕਰੇਗਾ, ਇਹ ਜਿਸ ਸਿੱਖੀ ਦੀ ਗੱਲ ਕਰਦਾ ਹੈ ਨਾ, ਇਹ ਜਿਹਦੀ ਗੱਲ ਕਰਦਾ ਹੈ, ਤੇ ਕਹਿੰਦਾ ਇਹਨੂੰ ਮੈਂ ਜੁੱਤੀਆਂ ਦੇ ਥੱਲੇ ਰੋਲੂਗਾ, ਇਸ ਤੇਰੇ ਕੇਸਾਂ ਨੂੰ ਤੇ ਮੈਂ ਆਪਣੇ ਪੈਰਾਂ ਦੇ ਥੱਲੇ ਰੋਲੂਗਾ, ਇਹ ਤੇਰੇ ਜੁੱਤੀਆਂ ਦੇ ਨਾਲ ਕੇਸ ਉਡਾਰਾਂਗਾ। ਇਹ ਗੱਲ ਕਹੀ ਜ਼ਕਰੀਆ ਖਾਨ ਨੇ। ਤੇ ਅੱਗਿਓਂ ਫਿਰ ਖਾਲਸੇ ਨੇ ਬੜੇ ਰੋਹਬ ਦੇ ਵਿੱਚ ਆਣ ਕੇ ਕਿਹਾ ਹੈ ਭਾਈ ਤਾਰੂ ਸਿੰਘ ਨੇ, ਕਹਿੰਦੇ ਜਿਸ ਗੁਰੂ ਦੇ ਸਿੱਖ ਦੇ ਕੇਸਾਂ ਦੀ ਬੇਅਦਬੀ ਕਰਨ ਬਾਰੇ ਤੂੰ ਗੱਲ ਕਰਦਾ ਨਾ, ਉਹ ਸਿੱਖੀ ਤੇ ਕੇਸਾਂ ਸਵਾਸਾਂ ਸੰਗ ਨਿਭੇਗੀ, ਪਰ ਇੱਕ ਗੱਲ ਯਾਦ ਰੱਖੀ, ਖਾਲਸਾ ਤੈਨੂੰ ਆਪਣੀ ਜੁੱਤੀ ਦੇ ਅੱਗੇ ਲਾ ਕੇ ਲੈ ਕੇ ਜਾਵੇਗਾ। ਭਾਈ ਤਾਰੂ ਸਿੰਘ ਨੇ ਗੱਲ ਕਹੀ ਹੈ ਕਿ ਖਾਲਸਾ ਤੈਨੂੰ ਆਪਣੀ ਜੁੱਤੀ ਦੇ ਅੱਗੇ ਲਾ ਕੇ ਲੈ ਕੇ ਜਾਏਗਾ, ਤੂੰ ਜੋ ਮਰਜ਼ੀ ਕਰ ਲਾ, ਅਸੀਂ ਜਿਹੜੀ ਸਿੱਖੀ ਨਹੀਂ ਤਿਆਗਣੀ। ਫਿਰ ਭਾਈ ਤਾਰੂ ਸਿੰਘ ਨੂੰ ਨਖਾਸ ਚੌਂਕ ਦੇ ਵਿੱਚ ਬਿਠਾ ਦਿੱਤਾ ਗਿਆ। ਉੱਥੇ ਫਿਰ ਪਹਿਲੋਂ ਕਹਿੰਦੇ ਕੈਂਚੀ ਦੇ ਨਾਲ ਕੇਸ ਕੱਟਣੇ ਚਾਹੇ, ਪਰ ਕੱਟੇ ਨਾ ਗਏ। ਕੁਝ ਇਤਿਹਾਸਕਾਰ ਇਹ ਵੀ ਕਹਿੰਦੇ ਕਿ ਉਹਨਾਂ ਦੇ ਕੇਸ ਜਿਹੜੇ ਸਨ ਉਹ ਲੋਹੇ ਦੀਆਂ ਤਾਰਾਂ ਵਾਂਗ ਹੋ ਗਏ ਤੇ ਕੈਂਚੀ ਨਹੀਂ ਚੱਲੀ। ਪਰ ਫਿਰ ਵੀ ਕੁਝ ਇਤਿਹਾਸਕਾਰ ਕਹਿੰਦੇ ਆ ਵੀ ਉਹ ਜਿਹੜੇ ਨਾਈ ਸਨ ਉਹਨਾਂ ਨੇ ਕੱਟਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਕੇਸ ਕਤਲ ਨਹੀਂ ਕਰਾਂਗੇ ਕਿਸੇ ਸਿੱਖ ਦੇ। ਫਿਰ ਇੱਕ ਜਲਾਦ ਨੂੰ ਬੁਲਾਇਆ ਗਿਆ, ਉਹਨੇ ਫਿਰ ਜਿਹੜਾ ਰੰਬੀ ਦੇ ਨਾਲ ਭਾਈ ਤਾਰੂ ਸਿੰਘ ਦੀ ਖੋਪੜੀ ਜਿਹੜੀ ਉਤਾਰ ਦਿੱਤੀ ਹੈ। ਤੇ ਭਾਈ ਤਾਰੂ ਸਿੰਘ ਉਸ ਸਮੇਂ ਜਪਜੀ ਸਾਹਿਬ ਦਾ ਪਾਠ ਕਰ ਰਹੇ, ਆਪਣੇ ਅੰਦਰ ਹੀ ਭਾਈ ਤਾਰੂ ਸਿੰਘ ਜਿਹੜੇ ਲੀਨ ਹੋ ਗਏ ਉਸ ਅਕਾਲ ਪੁਰਖ ਦੇ ਨਾਲ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦਰਦ ਨਹੀਂ ਹੋਇਆ, ਸਾਰੀ ਦੀ ਸਾਰੀ ਖੋਪੜੀ ਉਤਾਰ ਦਿੱਤੀ ਗਈ ਹੈ। ਭਾਈ ਤਾਰੂ ਸਿੰਘ ਨੇ ਜਪਜੀ ਸਾਹਿਬ ਦਾ ਭੋਗ ਪਾਇਆ ਹੈ। ਤੇ ਉਸ ਤੋਂ ਬਾਅਦ ਜ਼ਕਰੀਆ ਖਾਨ ਨੂੰ ਲੱਗਾ ਕਿ ਹੁਣ ਇਹ ਸਿੱਖ ਮਰ ਜਾਵੇਗਾ। ਇਹਨੇ ਜ਼ਕਰੀਆ ਖਾਨ ਨੇ ਚੁੱਕ ਕੇ ਭਾਈ ਤਾਰੂ ਸਿੰਘ ਨੂੰ ਬਾਹਰ ਕਿਲੇ ਤੋਂ, ਲਾਹੌਰ ਦੇ ਤੋਂ ਬਾਹਰ ਸਟਾ ਦਿੱਤਾ ਹੈ ਖੱਡ ਦੇ ਵਿੱਚ। ਉੱਥੋਂ ਭਾਈ ਤਾਰੂ ਸਿੰਘ ਨੂੰ ਕੁਝ ਸਿੱਖ ਜਿਹੜੇ ਸਨ ਲਾਹੌਰ ਦੇ ਵਸਨੀਕ ਜਿਹੜੇ ਸ਼ਹਿਰੀ ਸਨ, ਉਹਨਾਂ ਨੇ ਚੁੱਕਿਆ ਹੈ ਭਾਈ ਤਾਰੂ ਸਿੰਘ ਨੂੰ। ਤੇ ਭਾਈ ਤਾਰੂ ਸਿੰਘ ਨੂੰ ਜਿਹੜਾ ਹੈ ਲੈ ਕੇ ਤੇ ਉਹ ਇੱਕ ਧਰਮਸ਼ਾਲਾ ਦੇ ਵਿੱਚ ਲੈ ਗਏ ਨੇ। ਉੱਥੇ ਭਾਈ ਤਾਰੂ ਸਿੰਘ ਜੀ ਕਿਸੇ ਨਾਲ ਨਹੀਂ ਬੋਲਦੇ, ਚੁੱਪ ਰਹੇ ਨੇ। ਲਗਾਤਾਰ ਕਰੀਬ 22-23 ਦਿਨ ਇਸੇ ਪ੍ਰਕਾਰ ਲੰਘੇ ਨੇ। ਹੁਣ ਭਾਈ ਤਾਰੂ ਸਿੰਘ ਨੇ ਇੱਕ ਬਚਨ ਕੀਤਾ ਸੀ ਕਿ ਖਾਲਸਾ ਤੈਨੂੰ ਆਪਣੀ ਜੁੱਤੀ ਦੇ ਅੱਗੇ ਲਾ ਕੇ ਲੈ ਕੇ ਜਾਵੇਗਾ।
ਜ਼ਕਰੀਆ ਖਾਨ ਨੂੰ ਗੱਲ ਕਹੀ ਸੀ। ਭਾਵੇਂ ਕਿ ਸੁਭਾਵਿਕ ਗੱਲ ਸੀ, ਪਰ ਉਹ ਗੱਲ ਭਾਈ ਤਾਰੂ ਸਿੰਘ ਦੀ ਪੱਕੀ ਹੋ ਗਈ। ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਪਿਸ਼ਾਬ ਰੁਕ ਗਿਆ। ਬੜੀ ਬੁਰੀ ਹਾਲ, ਚੀਕਦਾ ਹੈ ਕਿ ਮੈਨੂੰ ਪਿਸ਼ਾਬ ਆਵੇ। ਤੇ ਇਹਦੇ ਮਨ 'ਚ ਗੱਲ ਆਈ ਕਿ ਭਾਈ ਤਾਰੂ ਸਿੰਘ ਨੇ ਗੱਲ ਕਹੀ ਸੀ ਕਿ ਖਾਲਸਾ ਜੁੱਤੀ ਦੇ ਅੱਗੇ ਲਾ ਕੇ ਲੈ ਕੇ ਜਾਏਗਾ। ਇਹਨੇ ਫਿਰ ਸ਼ੁਬੇਗ ਸਿੰਘ ਨੂੰ ਬੁਲਾਇਆ। ਸ਼ੁਬੇਗ ਸਿੰਘ ਜਿਹੜੇ ਨਵਾਬੀ ਲੈ ਕੇ ਗਏ ਸਨ, ਉਹ ਸ਼ੁਬੇਗ ਸਿੰਘ ਜਿਨ੍ਹਾਂ ਨੂੰ ਯਹੀਆ ਖਾਨ ਨੇ ਬਾਅਦ ਵਿੱਚ ਚਰਖੜੀ ਤੇ ਚਾੜਿਆ ਸੀ, ਉਹ ਸ਼ੁਬੇਗ ਸਿੰਘ ਨੂੰ ਬੁਲਾਇਆ ਗਿਆ। ਸ਼ੁਬੇਗ ਸਿੰਘ ਨੂੰ ਬੁਲਾ ਕੇ ਜ਼ਕਰੀਆ ਖਾਨ ਨੇ ਕਿਹਾ ਹੈ ਕਿ ਮੇਰੀ ਮਦਦ ਕਰ, ਮੇਰਾ ਬੜਾ ਬੁਰਾ ਹਾਲ ਹੈ। ਸਾਰੇ ਨੀਮ ਹਕੀਮ ਜਿਹੜੇ ਉਹ ਹਟ ਗਏ ਆ ਸਾਰਾ ਕੁਛ ਕਰਕੇ, ਪਰ ਮੈਨੂੰ ਪਿਸ਼ਾਬ ਨਹੀਂ ਆ ਰਿਹਾ। ਕਿਸੇ ਨਾ ਕਿਸੇ ਪ੍ਰਕਾਰ ਮੇਰਾ ਹੱਲ ਕਰ। ਫਿਰ ਸ਼ੁਬੇਗ ਸਿੰਘ ਨੇ ਜਾ ਕੇ ਦਲ ਖਾਲਸੇ ਦੇ ਕੋਲ ਪਹੁੰਚ ਕੀਤੀ ਹੈ। ਪਹਿਲਾਂ ਭਾਈ ਤਾਰੂ ਸਿੰਘ ਜੀ ਕੋਲ ਗਏ ਆ। ਭਾਈ ਤਾਰੂ ਸਿੰਘ ਨੇ ਕਿਹਾ ਕਿ ਅਸੀਂ ਕੁਛ ਨਹੀਂ ਕਹਿ ਸਕਦੇ, ਖਾਲਸੇ ਕੋਲ ਪਹੁੰਚ ਕੀਤੀ ਜਾਵੇ। ਖਾਲਸੇ ਦੇ ਕੋਲ ਗਏ ਆ। ਖਾਲਸੇ ਪੰਥ ਨੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਭਾਈ ਤਾਰੂ ਸਿੰਘ ਜਿਹੜੇ ਸਨ ਉਹ ਸਿੱਦਕੀ ਸਿੱਖ ਸਨ, ਧਰਮੀ ਸਿੱਖ ਸਨ। ਇਸ ਕਰਕੇ ਉਹਨਾਂ ਦਾ ਬਚਨ ਜਿਹੜਾ ਉਹ ਨਹੀਂ ਜਾਵੇਗਾ ਖਾਲੀ। ਇਸ ਕਰਕੇ ਭਾਈ ਤਾਰੂ ਸਿੰਘ ਦੀ ਜਿਹੜੀ ਜੁੱਤੀ ਹੈ ਉਹ ਤੁਸੀਂ ਲੈ ਜਾਓ ਭਾਈ ਤਾਰੂ ਸਿੰਘ ਜੀ ਦੇ ਘਰੋਂ, ਤੇ ਉਹ ਜੁੱਤੀ ਜਾ ਕੇ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਮਾਰੋ ਤੇ ਹੋ ਸਕਦਾ ਉਹਨੂੰ ਪਿਸ਼ਾਬ ਆ ਜਾਵੇ। ਤੇ ਇਸੇ ਪ੍ਰਕਾਰ ਹੀ ਕੀਤਾ ਗਿਆ। ਉਹ ਸਾਰੀ ਗੱਲ ਸ਼ੁਬੇਗ ਸਿੰਘ ਨੇ ਦੱਸੀ ਆਣ ਕੇ ਜ਼ਕਰੀਆ ਖਾਨ ਨੂੰ। ਜ਼ਕਰੀਆ ਖਾਨ ਨੇ ਜੁੱਤੀ ਮੰਗਾਈ ਹੈ ਤੇ ਰੋਜ਼ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਜੁੱਤੀ ਪੈਂਦੀ ਹੈ ਤੇ ਜ਼ਕਰੀਆ ਖਾਨ ਦਾ ਪਿਸ਼ਾਬ ਖੁੱਲਦਾ। ਇਸੇ ਪ੍ਰਕਾਰ ਪਿਸ਼ਾਬ ਆਉਂਦਾ ਰਿਹਾ, ਜੁੱਤੀਆਂ ਵੱਜਦੀਆਂ ਰਹੀਆਂ ਤੇ ਪਿਸ਼ਾਬ ਆਉਂਦਾ ਰਿਹਾ। ਤੇ ਫਿਰ ਕਹਿੰਦੇ ਆ ਕਿ ਇਹ ਜਿਹੜਾ ਸੀ ਜ਼ਕਰੀਆ ਖਾਨ ਕਾਫੀ ਸਮਾਂ ਤੰਗ ਰਿਹਾ, ਜੁੱਤੀਆਂ ਖਾ ਖਾ ਕੇ ਅੰਤ ਫਿਰ ਕੁਝ 22 ਦਿਨ ਜਿਹੜਾ ਹੈ ਲਗਾਤਾਰ ਜੁੱਤੀਆਂ ਖਾਧੀਆਂ ਇਹਨੇ, ਤੇ ਜੁੱਤੀਆਂ ਵੱਜਦੀਆਂ ਨੇ ਸਿਰ ਦੇ ਵਿੱਚ, ਪਿਸ਼ਾਬ ਆਉਂਦਾ ਹੈ। ਇਸੇ ਪ੍ਰਕਾਰ ਫਿਰ ਇਹਦੀਆਂ ਜੁੱਤੀਆਂ ਖਾ ਖਾ ਕੇ ਇਹਦੀ ਮੌਤ ਹੋ ਗਈ ਜ਼ਕਰੀਆ ਖਾਨ ਦੀ। ਇੱਧਰ ਭਾਈ ਤਾਰੂ ਸਿੰਘ ਨੂੰ ਆਣ ਕੇ ਕਿਸੇ ਨੇ ਕਿਹਾ ਕਿ ਭਾਈ ਤਾਰੂ ਸਿੰਘ ਜੀ, ਜ਼ਕਰੀਆ ਖਾਨ ਦੀ ਮੌਤ ਹੋ ਗਈ ਹੈ। ਤੇ ਭਾਈ ਤਾਰੂ ਸਿੰਘ ਨੇ ਉਸ ਸਮੇਂ ਫਿਰ ਪਾਠ ਕੀਤਾ ਹੈ ਤੇ ਸਾਰੇ ਜਿਹੜੇ ਲਾਗੇ ਸਿੱਖ ਸਨ ਉਹਨਾਂ ਨੂੰ ਫਤਿਹ ਗਜਾ ਕੇ ਭਾਈ ਤਾਰੂ ਸਿੰਘ ਜੀ ਨੇ ਆਪ ਸ਼ਹਾਦਤ ਪ੍ਰਾਪਤ ਕੀਤੀ ਹੈ। ਭਾਈ ਤਾਰੂ ਸਿੰਘ ਜੀ ਫਿਰ ਜੋਤੀ ਜੋਤ ਸਮਾ ਗਏ, ਉਹਨਾਂ ਦਾ ਅਕਾਲ ਚਲਾਣਾ ਹੋਇਆ ਹੈ। ਇਹ ਘਟਨਾ ਜਿਹੜੀ 1745 ਦੀ ਹੈ। 1 ਜੁਲਾਈ 1745 ਨੂੰ ਜ਼ਕਰੀਆ ਖਾਨ ਦੀ ਫਿਰ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਆਪ ਜਿਹੜਾ ਆਪਣਾ ਸਰੀਰ ਤਿਆਗ ਦਿੰਦੇ ਆ। ਇਸ ਪ੍ਰਕਾਰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ। ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੋਣ ਤੋਂ ਬਾਅਦ ਸੁਬੇਗ ਸਿੰਘ ਜਿਹੜੇ ਸਨ ਉਹਨਾਂ ਨੂੰ ਖਾਨ ਬਹਾਦਰ ਜ਼ਕਰੀਆ ਖਾਨ ਨੇ ਜਿਹੜਾ ਸੀ ਉਸ ਸਮੇਂ ਕੋਤਵਾਲ ਲਾ ਦਿੱਤਾ ਸੀ, ਲਾਹੌਰ ਦਾ ਕੋਤਵਾਲ ਭਾਵ ਜਿਹੜਾ ਸਾਰਾ ਪ੍ਰਬੰਧ ਕਰਨ ਵਾਲਾ। ਤੇ ਫਿਰ ਭਾਈ ਸੁਬੇਗ ਸਿੰਘ ਨੇ ਸਾਰੀਆਂ ਚਰਖੜੀਆਂ ਜਿਹੜੀਆਂ ਸਨ, ਜਿਹੜੀਆਂ ਸਿੱਖਾਂ ਨੂੰ ਕਤਲ ਕਰਵਾਉਣ ਵਾਲੀਆਂ ਜਗ੍ਹਾ ਸਨ, ਉਹ ਸਾਰੀਆਂ ਢਵਾ ਦਿੱਤੀਆਂ। ਜਿੱਥੇ ਜਿੱਥੇ ਸਿੱਖਾਂ ਨੂੰ ਕਤਲ ਕੀਤਾ ਗਿਆ ਸੀ ਉੱਥੇ ਯਾਦਗਾਰਾਂ ਸਥਾਪਿਤ ਕੀਤੀਆਂ ਭਾਈ ਸੁਬੇਗ ਸਿੰਘ ਨੇ। ਫਿਰ ਉਸ ਤੋਂ ਬਾਅਦ ਅੱਗੇ ਦੇ ਹਾਲਾਤ ਕੀ ਨੇ, ਕਿਵੇਂ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਹਦਾ ਮੁੰਡਾ ਯਹੀਆ ਖਾਨ ਜਿਹੜਾ ਦਾ ਪੁੱਤਰ ਹੈ ਯਹੀਆ ਖਾਨ, ਉਹ ਬੈਠਦਾ ਹੈ, ਉਹਦੇ ਸੂਬੇਦਾਰ ਬਣਦਾ ਲਾਹੌਰ ਦਾ। ਉਹਦੇ ਸਮੇਂ ਦੇ ਵਿੱਚ ਕੀ ਕੀ ਹਾਲਾਤ ਬਣਦੇ ਆ, ਫਿਰ ਕਿਵੇਂ ਕਿਵੇਂ ਛੋਟਾ ਤੇ ਵੱਡਾ ਘੱਲੂਘਾਰੇ ਹੁੰਦੇ ਆ, ਇਹ ਸਾਰੀ ਗੱਲਬਾਤ ਆਪਾਂ ਆਉਣ ਵਾਲੇ ਦਿਨਾਂ 'ਚ ਕਰਾਂਗੇ। ਸੋ ਇਸ ਪ੍ਰਕਾਰ ਜ਼ਕਰੀਆ ਖਾਨ ਦੀ ਮੌਤ ਜਿਹੜੀ ਹੈ 1745 ਦੇ ਵਿੱਚ ਹੋ ਜਾਂਦੀ ਹੈ। ਇਸ ਸਮੇਂ ਦੇ ਦੌਰਾਨ ਸਿੱਖਾਂ ਤੇ ਬੜੇ ਅਤਿਆਚਾਰ ਹੋਏ, ਸਿਰਾਂ ਦੇ ਮੁੱਲ ਵੀ ਪਏ ਸਿੱਖਾਂ ਨੇ, ਪਰ ਆਪਣਾ ਹੱਥ ਨਹੀਂ ਛੱਡਿਆ, ਡਟੇ ਰਹੇ ਸਿੱਖ। ਕਿਤੇ ਸਿੱਖਾਂ ਦੇ ਨਾਲ ਇਹ ਨਵਾਬੀ ਦੀ ਸਾਂਝ ਪਾਉਂਦਾ ਹੈ, ਬੜਾ ਕੁਝ ਹੁੰਦਾ ਹੈ, ਪਰ ਫਿਰ ਵੀ ਸਿੱਖ ਜਿਹੜਾ ਆਪਣਾ ਹੱਥ ਨਹੀਂ ਛੱਡਦੇ। ਸਿੱਖ ਉਸੇ ਪ੍ਰਕਾਰ ਹੀ ਆਪਣੇ ਜੀਵਨ ਦੇ ਵਿੱਚ ਜੋ ਉਹਨਾਂ ਨੇ ਸਿੱਖਿਆ, ਜੋ ਗੁਰੂ ਨੇ ਉਹਨਾਂ ਨੂੰ ਸਿਖਾਇਆ, ਉਸ ਗੱਲ ਤੇ ਸਿੱਖ ਜਿਹੜੇ ਆ ਉਹ ਡਟੇ ਰਹਿੰਦੇ ਆ। ਤੇ ਇਸ ਪ੍ਰਕਾਰ ਜਿਹੜੀ ਹੈ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਜਿਹੜੀ ਹੁੰਦੀ ਹੈ। ਸੋ ਇੰਨੀਆਂ ਕੁ ਬੇਨਤੀਆਂ ਆਪ ਸਰਬਤ ਸੰਗਤ ਨੇ ਪ੍ਰਵਾਨ ਕਰਨੀਆਂ। ਇੱਥੇ ਹੀ ਕਲਾਸ ਦੀ ਸਮਾਪਤੀ ਹੈ ਸਾਧ ਸੰਗਤ। ਬਾਕੀ ਦਾ ਇਤਿਹਾਸ ਜਿਹੜਾ ਹੈ ਆਪਾਂ ਕੱਲ ਨੂੰ ਵਿਚਾਰਾਂਗੇ। ਸੋ ਇੱਥੇ ਹੀ ਸਮਾਪਤੀ ਹੈ। ਸਰਬਤ ਸੰਗਤ ਦਾ ਧੰਨਵਾਦ। ਸੋ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।